ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਪ੍ਰੋਗਰਾਮ ਭਗਤ ਦੇ ਮਸਲੇ ਤੇ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ। ਇਹ ਦਿਨ ਸਾਡਾ ਜਾਂ ਸਾਡੀ ਕਮਿਊਨਿਟੀ ਲਈ ਇੱਕ ਉਹ ਦਿਹਾੜਾ ਹੁੰਦਾ ਜਿਵੇਂ ਮੁਸਲਮਾਨਾਂ ਲਈ ਮੱਕਾ, ਉਵੇਂ ਕਾਂਛੀ ਸਾਡੇ ਲਈ ਮੱਕਾ ਹੁੰਦੀ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਜਾਗਦੀ ਹੋਈ ਅੱਖਾਂ ਦੇ ਨਾਲ ਜੇ ਦੇਖਿਆ ਜਾਏ ਤਾਂ ਇਲੈਕਸ਼ਨ ਜਿਹੜੀ ਆ ਉਹ 16 ਦੀ ਹੋ ਕੇ ਜਾ ਕੇ 20 ਤੇ ਚਲੇ ਗਈ, ਕਿਉਂਕਿ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ। ਮੇਰੇ ਵੱਲੋਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਪਿਆਰੇ ਦਰਸ਼ਕੋ, ਪ੍ਰੋਗਰਾਮ ਭਗਤ ਦੇ ਮਸਲੇ ਹਰ ਵੀਰਵਾਰ 7 ਤੋਂ 8 ਤੁਹਾਡੇ ਰੂਬਰੂ ਹੋਈਦਾ, ਕਿਉਂਕਿ ਅੱਜ ਜ਼ਿਆਦਾਤਰ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਗੱਲ ਕਰਨੀ ਆ, ਕਿਉਂਕਿ ਪਰ ਕੱਲ੍ਹ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸੀ ਔਰ ਸਾਡਾ ਪ੍ਰੋਗਰਾਮ ਅੱਜ ਆ, ਸਾਡੀ ਵਾਰੀ ਅੱਜ ਆਈ ਆ। ਲੇਕਿਨ ਉਸ ਤੋਂ ਪਹਿਲਾਂ ਜਿਹੜਾ ਪਿਛਲੀ ਵੀਕ ਪ੍ਰੋਗਰਾਮ ਅਸੀਂ ਕਰਕੇ ਗਏ, ਕੋਈ ਸਾਡੇ ਸੱਜਣ, ਸਾਡੇ ਵੀਰ ਕੋਈ ਸਾਡੇ ਪ੍ਰੋਗਰਾਮ ਨੂੰ ਦਰੁਸਤ ਕਰਨਾ ਚਾਹੁੰਦੇ ਸੀ, ਲੇਕਿਨ ਟਾਈਮ ਹੀ ਨਹੀਂ ਸੀ ਸੁਣਨ ਦਾ ਵੀ ਅਤੇ ਉਹਨਾਂ ਨੂੰ ਕੁਛ ਦੱਸਣ ਦਾ। ਮੈਨੂੰ ਲੱਗਦਾ ਜਾਂ ਤਾਂ ਜੋ ਅਸੀਂ ਗੁਰੂ ਸਾਹਿਬ ਬਾਰੇ ਗੱਲ ਕੀਤੀ ਸੀ, ਮੈਂ ਉਦੋਂ ਵੀ ਕਿਹਾ ਸੀ ਕਿ ਮੈਂ ਸ਼ੋਰ ਨਹੀਂ ਜਾਂ 5ਵੇਂ ਜਾਂ 6ਵੇਂ ਪਾਤਸ਼ਾਹ ਦੀ ਗੱਲ ਹੈ, ਲੇਕਿਨ ਉਹ ਗੱਲ ਬਿਲਕੁਲ ਸੱਚੀ ਹੈ। ਲੇਕਿਨ ਪਾਤਸ਼ਾਹ ਜਿਹੜੇ ਉਹ 9ਵੇਂ ਪਾਤਸ਼ਾਹ ਦੀ ਗੱਲ ਹੈ। ਸੋ ਅਸੀਂ ਕਿਸੇ ਹੋਰ ਵੀ ਅੱਜ ਇਸ ਸਬਜੈਕਟ 'ਤੇ ਗੱਲ ਨਹੀਂ ਕਰਨੀ। ਅਸੀਂ ਮੰਨਦੇ ਹਾਂ ਕਿ ਜਿਹੜੀ ਗੁਰੂਆਂ ਨੂੰ ਲੈ ਕੇ ਗੱਲ ਸੀ, ਨਾ 5ਵੇਂ ਪਾਤਸ਼ਾਹ ਦੀ ਨਾ 6ਵੇਂ ਦੀ, ਉਹ 9ਵੇਂ ਪਾਤਸ਼ਾਹ ਦੀ ਗੱਲ ਸੀ। ਲੇਕਿਨ ਕਹਾਣੀ ਜਿਹੜੀ ਆ ਉਹ ਬਿਲਕੁਲ ਸੱਚੀ ਹੈ। ਮੈਂ ਗੱਲ ਕਰਨ ਲੱਗਾ ਟੁੱਲ, ਇੱਕ ਸ਼ਬਦ ਆ ਟੁੱਲ। ਇੱਕ ਗੁੱਲੀ ਹੁੰਦੀ ਆ, ਉਹਨੂੰ ਦੋਨਾਂ ਪਾਸਿਆਂ ਤੋਂ ਉਹਨੂੰ ਛਿੱਲ ਲਿਆ ਜਾਂਦਾ ਅਤੇ ਇੱਕ ਡੰਡਾ ਹੁੰਦਾ। ਗੁੱਲੀ ਦੇ ਐਜ 'ਤੇ ਮਾਰਨਾ ਹੁੰਦਾ, ਉਹਦੀ ਨੁੱਕਰ 'ਤੇ ਮਾਰਨਾ ਹੁੰਦਾ, ਅਤੇ ਜਦੋਂ ਗੁੱਲੀ ਤਾਂ ਆ ਜਾਂਦੀ ਹੈ ਅਤੇ ਡੰਡਾ ਜਦੋਂ ਮਾਰਿਆ ਜਾਂਦਾ, ਫਿਰ ਮਾਰਨ ਵਾਲੇ ਦੀ ਮਨਸਾ ਜਿਹੜੀ ਆ ਦਿਸ਼ਾ ਅਤੇ ਨਿਰਦੇਸ਼ ਨਹੀਂ ਹੁੰਦੀ, ਬਸ ਟੁੱਲ ਜਿਹੜਾ ਦੂਰ ਜਾਣਾ ਚਾਹੀਦਾ। ਜਿੰਨੀ ਦੂਰ ਗੁੱਲੀ ਜਾਏਗੀ ਉਨੀ ਦੂਰ ਦਾ ਉਹਨੂੰ ਖਿਡਾਰੀ ਨੂੰ ਮੰਨਿਆ ਜਾਂਦਾ। ਇਹਨੂੰ ਅਸੀਂ ਕਹਿੰਦੇ ਹਾਂ ਟੁੱਲ। ਜਿਹੜੇ ਅਸੀਂ ਲੋਕ ਆ, ਜਦੋਂ ਅਸੀਂ ਗਰੋ ਅਪ ਹੋਏ ਹਾਂ, ਮੈਂ ਕਦੇ ਗੁਰਬਾਣੀ ਨਹੀਂ ਪੜ੍ਹੀ। ਹਾਂ, ਜੇ ਕਦੀ ਕਿਸੇ ਸਾਡੇ ਮਾਰ ਗਿਆ, ਸਾਡੇ ਵਿਆਹ ਸ਼ਾਦੀ ਜਾਂ ਹੋਰ ਕੋਈ ਪ੍ਰੋਗਰਾਮ ਆ, ਜਾਂ ਘਰ ਬੈਠੇ ਹੀ ਸਪੀਕਰ ਚੱਲਦੇ ਆ, ਤਾਂ ਗੁਰਬਾਣੀ ਕਿਤੇ ਨਾ ਕਿਤੇ ਸਾਨੂੰ ਉਹ ਸੁਣਨ ਨੂੰ ਮਿਲੀ ਆ। ਇਵੇਂ ਹੀ ਸਾਡੀ ਕਮਿਊਨਿਟੀ ਜਿਹੜੀ ਜਿਸ ਅਸੀਂ ਗਰੋ ਅਪ ਹੋਏ ਹਾਂ, ਅਸੀਂ ਗੁਰੂ ਰਵਿਦਾਸ, ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਤੁਰੇ ਹਾਂ। ਔਰ ਸਾਡੀ ਕਮਿਊਨਿਟੀ ਦੇ ਵਿੱਚ ਜਦੋਂ ਗੁਰੂ ਰਵਿਦਾਸ ਮਹਾਰਾਜ ਨਾਲ ਸੰਬੰਧਿਤ ਪ੍ਰੋਗਰਾਮ ਹੁੰਦਾ, ਅਤੇ ਉਸ ਵੇਲੇ ਵੀ ਉੱਥੇ ਦੇ ਮਹਾਂਪੁਰਸ਼ ਜਿਹੜੇ ਆ ਜਾਂ ਪੁਜਾਰੀ ਤਬਕਾ ਲੋਕ ਉਹ ਟੁੱਲ ਮਾਰਦੇ ਆ। ਇਵੇਂ ਹੀ ਜਿਵੇਂ ਮੈਂ ਤੁਹਾਨੂੰ ਪਿਛਲੀ ਵੀਕ ਵੀ ਗੱਲ ਕੀਤੀ ਸੀ ਕਿ ਜਿਹੜੇ ਸਿੱਖ ਧਰਮ ਆ ਉਹਦੇ ਵਿੱਚ ਵੀ ਬਹੁਤ ਸਾਰੇ ਹੋਏਗਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਹੋਏਗਾ, ਲੇਕਿਨ ਇੱਦਾਂ ਦੇ ਟੁੱਲ ਮਾਰੇ ਆ ਜਿਹੜੇ ਮੈਂ ਤੁਹਾਨੂੰ ਪਿਛਲੇ ਦੱਸੇ ਆ, ਉਹ ਵੀ ਮਤਲਬ ਬਹੁਤ ਵੱਡੇ ਵੱਡੇ। ਸੋ ਉਹਨਾਂ ਗੱਲਾਂ ਨੂੰ ਸਹੀ ਕਰਨ ਲਈ ਅਸੀਂ ਇਹ ਜਿਹੜੇ ਪੁਰਾਣੀਆਂ ਗੱਲਾਂ ਜਿਹੜੀਆਂ ਸਾਡੇ 'ਤੇ ਥੋਪੀਆਂ ਗਈਆਂ, ਹੁਣ ਉਹ ਸਮਾਂ ਨਹੀਂ ਰਹਿ ਗਿਆ, ਬਿਲਕੁਲ ਉਹ ਸਮਾਂ ਨਹੀਂ ਰਹਿ ਗਿਆ ਕਿ ਕੋਈ ਭਾਈ, ਕੋਈ ਪਾਠੀ, ਕੋਈ ਰਾਗੀ, ਕੋਈ ਸਾਨੂੰ ਆ ਕੇ ਪੁਰਾਣੀ ਗੱਲ ਇੱਦਾਂ ਦੀ ਸੁਣਾ ਕੇ ਚਲੇ ਜਾਏਗਾ ਜਿਹਦੇ ਸਾਨੂੰ ਪਤਾ ਵੀ ਅਰਥ ਨਹੀਂ ਗੇ। ਸਾਨੂੰ ਪਤਾ ਹੈ ਗੁਰੂਆਂ ਬਾਰੇ, ਚਾਹੇ ਗੁਰੂ ਰਵਿਦਾਸ ਮਹਾਰਾਜ ਜਾਂ 10ਵੇਂ ਪਾਤਸ਼ਾਹ ਦੀ ਕਿਸੇ ਬਾਰੇ ਵੀ ਗੱਲ ਬਣਾ ਕੇ ਸੁਣਾਈ ਜਾਏਗੀ ਤਾਂ ਮੂਹਰਿਓਂ ਜਵਾਬ ਲੈਣ ਲਈ ਹਰ ਕੋਈ ਤਿਆਰ ਆ। ਕਹਿੰਦੇ ਨਹੀਂ ਹੁੰਦੇ ਕਿ ਰੋਸ ਨਾ ਕੀਜੇ ਉੱਤਰ ਦੀਜੇ, ਹੁਣ ਸਮਾਂ ਉਹ ਆ ਗਿਆ, ਰੋਸ ਨਾ ਕੀਜੇ ਉੱਤਰ ਦੀਜੇ। ਸੋ ਪਿਆਰੇ ਦਰਸ਼ਕੋ, ਅੱਜ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਮਹਿਮਾਨ ਦੇ ਨਾਲ ਰੂਬਰੂ ਕਰਾਉਣੇ, ਉਸ ਤੋਂ ਬਾਅਦ ਗੁਰੂ ਰਵਿਦਾਸ ਮਹਾਰਾਜ ਜੀ ਦੀ ਗੱਲ ਹੋਵੇਗੀ। ਜੀ, ਜੈ ਗੁਰਦੇਵ, ਜੈ ਭੀਮ ਜੀ। ਲਿਖਰਾ ਜੀ। ਜੀ ਚਾਲ ਸਾਹਿਬ, ਧੰਨਵਾਦ ਤੁਹਾਡਾ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਸੋ ਕਾਂਚੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰੂ ਰਵਿਦਾਸ ਦੇ 645ਵੇਂ ਪ੍ਰਗਾਟ ਦਿਵਸ ਦੀਆਂ ਲੱਖ ਲੱਖ ਵਧਾਈਆਂ। ਜੀ ਚਾਲ ਸਾਹਿਬ। ਗੁਰੂ ਰਵਿਦਾਸ ਮਹਾਰਾਜ ਜੀ ਇੱਕ ਉਸ ਸਮੇਂ 'ਚ ਪੈਦਾ ਹੋਏ ਆ ਜਦੋਂ ਜਾਤ ਪਾਤ ਦਾ ਬੋਲਬਾਲਾ ਸੀ। ਗੁਰੂ ਰਵਿਦਾਸ ਜੀ ਨੇ ਜੇਕਰ ਸ਼ੰਖ ਵਜਾਇਆ ਤਾਂ ਉਹ ਇਸ ਕਰਕੇ ਨਹੀਂ ਵਜਾਇਆ ਕਿ ਸ਼ੰਖ ਵਜਾਉਣ ਦੇ ਨਾਲ ਸਾਡੀ ਕੋਈ ਕਿਸਮਤ ਜਾਗ ਜਾਣੀ ਸੀ। ਸ਼ੰਖ ਇਸ ਲਈ ਵਜਾਇਆ ਵੀ ਭਾਈ ਜੇ ਤੂੰ ਵਜਾ ਸਕਦਾ ਤਾਂ ਮੈਂ ਵੀ ਵਜਾ ਸਕਦਾ। ਜੋ 4 ਯੁੱਗਾਂ ਦੇ ਜੰਜੂ ਦੀ ਗੱਲ ਹੈ, ਉਹ ਵੀ ਇੱਕ ਤਰਤੀਬ ਦਿੱਤੀ ਹੋਈ ਹੈ ਕਿ ਇਨਸਾਨ ਦੇ ਅੰਦਰ 4 ਯੁੱਗਾਂ ਦੇ ਜੰਜੂ ਆ। ਮੈਂ ਟੁੱਲ ਦੀ ਗੱਲ ਕਰਨ ਲੱਗਾ ਕਿ ਸਾਡੇ ਵਾਲੇ ਵੀ ਜਦੋਂ ਟੁੱਲ ਮਾਰਦੇ ਬਹੁਤ ਵੱਡੇ ਵੱਡੇ ਮਾਰਦੇ ਆ। ਗੁਰੂ ਰਵਿਦਾਸ ਮਹਾਰਾਜ ਨੇ ਕਦੀ ਵੀ ਪੱਥਰ ਨਹੀਂ ਤਾਰੇ ਹੋਣਗੇ, ਲੇਕਿਨ ਸਾਡੇ ਵਾਲੇ ਪੱਥਰ ਹੀ ਤਾਰਦੇ ਦਿਖਾਲਦੇ ਨੇ। ਮੈਂ ਸਮਝਦਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਜਾਦੂਗਰ ਨਹੀਂ ਸੀ। ਗੁਰੂ ਰਵਿਦਾਸ ਮਹਾਰਾਜ ਜਿਹੜੇ ਹਾਂ ਬੰਦਿਆਂ ਨੂੰ ਤਾਰਿਆ, ਉਹਨਾਂ ਦੀ ਕਹੀ ਹੋਈ ਬਾਣੀ, ਉਹਨਾਂ ਦੀ ਕਹੀ ਹੋਈ ਗੱਲਬਾਤ ਨੇ ਸਾਨੂੰ ਇਸ ਲਿਆਕਤ 'ਤੇ ਖੜਾ ਕਰ ਦਿੱਤਾ ਕਿ ਅਸੀਂ ਅੱਜ 4 ਬੰਦਿਆਂ 'ਚ ਬੈਠ ਕੇ ਗੱਲ ਕਰ ਸਕਦੇ ਹਾਂ, ਜਦ ਕਿ ਅਸੀਂ ਉਸ ਸਮੇਂ 'ਚ ਗੱਲ ਵੀ ਨਹੀਂ ਸੀ ਕਰ ਸਕਦੇ। ਜੇਕਰ ਅਸਲੀਅਤ ਦੇ ਵਿੱਚ ਗੁਰੂ ਰਵਿਦਾਸ ਜੀ ਦਾ ਨਾਂ
ਸਹੀ ਦੇਖਿਆ ਜਾਏ ਤਾਂ ਰਾਇਦਾਸ ਸਾਡੇ ਨਾਂ ਵੀ ਜਿਹੜੇ ਆ ਉਹ ਵੀ ਉਸ ਤਰ੍ਹਾਂ ਦੇ ਨਹੀਂ ਰੱਖਣ ਦਿੱਤੇ ਜਾਂਦੇ ਸੀ ਜਿਸ ਤਰ੍ਹਾਂ ਦੇ ਹੁਣ ਰੱਖੇ ਜਾਂਦੇ ਆ। ਇਹ ਸਾਡੀ ਸਭ ਤੋਂ ਵੱਡੀ ਜਿਹੜੀ ਦੇਣ ਆ ਉਹ ਉਸ ਵੇਲੇ 700 ਸਾਲ ਪਹਿਲਾਂ ਜਿਹੜੀ ਗੱਲ ਕਹੀ ਆ ਉਹ ਸ਼ੁਰੂਆਤ ਜਿਹੜੀ ਹੋਈ ਆ ਉਹਦੇ ਬਾਰੇ ਅਸੀਂ ਅੱਜ ਤੁਹਾਡੇ ਨਾਲ ਡਿਸਕਸ ਕਰਾਂਗੇ। ਕੀ ਵਿਚਾਰ ਜੀ ਤੁਹਾਡੇ ਕੋਲ ਸਤਿਗੁਰੂ ਮਹਾਰਾਜ ਜੀ ਇਨਕਲਾਬੀ ਵਿਚਾਰ ਕੀ ਨੇ ਲੇਖਰਾਜ ਜੀ? ਜੀ ਚਾਲ ਸਾਹਿਬ ਬਹੁਤ ਮਿਹਰਬਾਨੀ, ਥੈਂਕ ਯੂ ਤੁਹਾਡਾ। ਤੁਸੀਂ ਜਿਹੜਾ ਗੁਰੂ ਰਵਿਦਾਸ ਦੇ ਜੀਵਨ ਸੰਘਰਸ਼ ਬਾਰੇ ਜਿਹੜਾ ਜ਼ਿਕਰ ਕੀਤਾ ਆ, ਸੋ ਮੈਂ ਸਮਝਦਾ ਕਿ ਸਾਨੂੰ ਗੁਰੂ ਰਵਿਦਾਸ ਦੀ ਜਿਹੜੀ ਆ ਇੱਕ ਪੱਖ ਉਹ ਜ਼ਿਆਦਾ ਦੱਸਿਆ ਗਿਆ ਆ। ਸੋ ਜਿਹੜਾ ਦੂਸਰਾ ਪੱਖ ਹੈ ਉਹਨਾਂ ਦਾ ਚਾਲ ਸਾਹਿਬ ਕ੍ਰਾਂਤੀਕਾਰੀ ਪੱਖ ਆ, ਜਿਹੜਾ ਰਾਜ ਭਾਗ ਦੀ ਗੱਲ ਕਰਦਾ ਉਹ ਪੱਖ ਤੋਂ ਸਾਨੂੰ ਜਿਹੜਾ ਅਵੇਸਲੇ ਰੱਖਿਆ ਗਿਆ ਆ ਜੀ। ਸੋ ਮੈਂ ਸਮਝਦਾ ਕਿ ਅੱਜ ਤੋਂ ਲਗਭਗ 645ਵਾਂ ਅਸੀਂ ਜਿਹੜਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਜਿਹੜਾ ਕੱਲ੍ਹ ਸਮੁੱਚੀ ਦੁਨੀਆ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਜਿਹੜੇ ਇਸ ਗੁਰੂ ਰਵਿਦਾਸ ਦੇ ਜਿਹੜੇ ਆ ਜਨਮ ਦਿਹਾੜੇ ਤੇ ਪ੍ਰਕਾਸ਼ ਦਿਵਸ ਗੁਰਪੁਰਬ ਮਨਾਏ ਗਏ ਆ ਜੀ। ਸੋ ਪਰਸੋਂ ਜਿਹੜੇ ਨਗਰ ਕੀਰਤਨ ਸੀਗੇ ਤੇ ਕੱਲ੍ਹ ਸਾਡਾ ਕਾਂਚੀ ਦੇ ਵਿੱਚ ਜਿਹੜਾ ਬਹੁਤ ਵੱਡਾ ਪ੍ਰੋਗਰਾਮ ਹੋਇਆ। ਸੋ ਪੰਜਾਬ ਤੋਂ ਵੀ ਬਹੁਤ ਲੋਕ, ਦੂਸਰੀਆਂ ਸਟੇਟਾਂ ਤੋਂ ਵੀ ਬਹੁਤ ਸਾਰੇ ਲੋਕ ਜਿਹੜੇ ਆ ਕਾਂਚੀ ਜਾਂਦੇ ਆ ਗੁਰੂ ਰਵਿਦਾਸ ਦੇ ਦਰਸ਼ਨਾਂ ਲਈ, ਉੱਥੇ ਦੇ ਜਿਹੜੇ ਪ੍ਰੋਗਰਾਮ ਦੇਖਣ ਵਾਸਤੇ। ਸੋ ਗੁਰੂ ਰਵਿਦਾਸ ਦਾ ਜਿਹੜਾ ਇੱਕ ਧਾਰਮਿਕ ਪੱਖ, ਬਿਲਕੁਲ ਉਹਨਾਂ ਨੇ ਪ੍ਰਮਾਤਮਾ ਦੀ ਜਿਹੜੀ ਭਗਤੀ ਕੀਤੀ ਹੈ, ਪ੍ਰਮਾਤਮਾ ਦੀਆਂ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਦੂਸਰੇ ਲੋਕ ਜਿਹੜੇ ਸੀ ਪ੍ਰਮਾਤਮਾ ਨੂੰ ਜਿਸ ਤਰ੍ਹਾਂ ਮੰਨਦੇ ਸੀ ਉਹਦੇ ਪੈਰਲਰ ਸਾਰਾ ਕੁਝ ਆਪ ਵੀ ਕੀਤਾ ਆ ਵੀ ਜੇ ਤੁਸੀਂ ਕਰ ਸਕਦੇ ਆ ਤੇ ਅਸੀਂ ਜਾਂ ਮੈਂ ਵੀ ਕਰ ਸਕਦਾ, ਇੱਕ ਛੋਟੀ ਜਾਤ 'ਚ ਪੈਦਾ ਹੋਇਆ। ਸੋ ਜਿਹੜਾ ਦੂਸਰਾ ਪੱਖ ਚਾਲ ਸਾਹਿਬ ਕ੍ਰਾਂਤੀਕਾਰੀ ਪੱਖ ਆ ਗੁਰੂ ਰਵਿਦਾਸ ਦਾ ਜੀ। ਕ੍ਰਾਂਤੀਕਾਰੀ ਪੱਖ ਜਿਹੜਾ ਸਾਨੂੰ ਉਹ ਅੱਜ ਤੱਕ ਜਿਹੜਾ ਪੜ੍ਹਨ ਸਾਨੂੰ ਨਹੀਂ ਮਿਲਿਆ। ਸੋ ਉਹਨਾਂ ਨੇ ਜਿੱਥੇ ਇੱਕ ਮਤਲਬ ਬਗਾਵਤ ਕੀਤੀ ਸਿਸਟਮ ਦੇ ਖਿਲਾਫ, ਇੱਕ ਬੇਗਮਪੁਰੇ ਵਸਾਉਣ ਦੀ ਗੱਲ ਕੀਤੀ ਆ, ਇੱਕ ਕ੍ਰਾਂਤੀਕਾਰੀ ਵਿਚਾਰ ਜਿਹੜੇ ਸਾਡੇ 'ਚ ਰੱਖੇ ਆ, ਉਹ ਮੈਂ ਸਮਝਦਾ ਕਿ ਸਾਨੂੰ ਉਹਨਾਂ 'ਤੇ ਜਿਹੜਾ ਧਿਆਨ ਦੇਣਾ ਚਾਹੀਦਾ ਆ, ਕਿਉਂਕਿ ਉਹਨਾਂ ਨੇ ਹਮੇਸ਼ਾ ਰਾਜ ਭਾਗ ਦੀ ਗੱਲ ਕੀਤੀ ਆ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋੜ ਬੜੇ ਸਭ ਸੰਬਸੇ ਰਵਿਦਾਸ ਰਹੇ ਪ੍ਰਸੰਨ। ਉਹ ਕਿਹੜੇ ਰਾਜ ਭਾਗ ਦੀ ਗੱਲ ਕੀਤੀ ਆ? ਉਹ ਇਸੇ ਹੀ ਰਾਜ ਭਾਗ ਦੀ ਗੱਲ ਕੀਤੀ ਆ। ਸੋ ਨਾਲ ਦੀ ਨਾਲ ਉਹਨਾਂ ਨੇ 151 ਸਾਲ ਦੀ ਆਜੂ ਜਿਹੜੀ ਭੋਗ ਕੇ ਇਸ ਦੇ ਜਿਹੜੇ ਦੁਨੀਆ ਤੋਂ ਗਏ ਆ। ਸੋ ਐਡਾ ਵੱਡਾ ਜਿਹੜਾ ਉਹਨਾਂ ਦਾ, ਤੁਸੀਂ ਇੱਥੋਂ ਹੀ ਆਪਣੀ ਗੱਲ ਜਾਰੀ ਰੱਖਿਓ। ਪਿਆਰੇ ਦਰਸ਼ਕੋ, ਜਿਵੇਂ ਲੇਖਰਾਜ ਜੀ ਨੇ ਕਿਹਾ ਕਿ ਗੁਰੂ ਜੀ ਨੇ ਰਾਜ ਦੀ ਗੱਲ ਕਹੀ, ਬਿਲਕੁਲ ਸਹੀ ਗੱਲ ਹੈ, ਗੁਰੂ ਜੀ ਨੇ ਰਾਜ ਦੀ ਗੱਲ ਕਹੀ ਹੈ। ਲੇਕਿਨ ਸਾਨੂੰ ਛੋਟੇ ਹੁੰਦਿਆਂ ਤੋਂ ਇਹ ਦੱਸਿਆ ਗਿਆ ਕਿ ਗੁਰੂ ਜੀ ਕੋਲ ਇੱਕ ਸੋਨੇ ਦੀ ਕੋਈ ਰੱਖ ਗਿਆ ਵਸਤੂ ਜਿਹਦੇ ਤੋਂ ਇੱਕ ਦੂਜਾ ਹੱਥ ਲਾਵੇ ਤਾਂ ਉਹਨੂੰ ਜਿੰਨਾ ਮਰਜ਼ੀ ਸੋਨਾ ਬਣਾ ਸਕਦੇ। ਮੈਂ ਸਮਝਦਾ ਜੇ ਉਹ ਪਾਰਸ ਹੁੰਦਾ, ਸੱਚਮੁੱਚ ਹੋਵੇ, ਪਤਾ ਅੱਜ ਤੱਕ ਕਿਸੇ ਨੇ ਦੇਖਿਆ ਨਹੀਂ ਹੈ, ਉਹ ਇੱਕ ਇਹੋ ਜਿਹੀ ਧਾਤੂ ਆ ਜਿਹੜੀ ਜ਼ਮੀਨ 'ਚ ਕਿਤੇ ਨਾ ਕਿਤੇ ਹੁੰਦੀ ਹੈ, ਕਿਤੇ ਨਾ ਕਿਤੇ ਮਿਲਦੀ ਹੈ। ਮੰਨਿਆ ਜਾਂਦਾ ਕਿ ਸਾਊਦੀ ਅਰਬ ਦੇ ਵਿੱਚ ਸੋਨੇ ਦੇ ਪਹਾੜ ਆ, ਹਜੇ ਉਹਨਾਂ ਨੂੰ ਛੇੜ ਨਹੀਂ ਰਹੇ, ਪਤਾ ਨਹੀਂ ਸੱਚ ਆ ਜਾਂ ਝੂਠ, ਸੁਣੀ ਆ ਖਬਰ, ਹਜੇ ਉਹਨਾਂ ਨੂੰ ਛੇੜ ਨਹੀਂ ਰਹੇ ਕਿਉਂਕਿ ਉਹਨਾਂ ਕੋਲ ਤੇਲ ਆ, ਤੇਲ ਤੋਂ ਬਾਅਦ ਉਹਨਾਂ ਨੂੰ ਉਹ ਵਰਤੋਂ 'ਚ ਲਿਆਉਣਗੇ। ਖੈਰ, ਗੱਲ ਇਹ ਆ ਵੀ ਜੇਕਰ ਪਾਰਸ ਗੁਰੂ ਰਵਿਦਾਸ ਮਹਾਰਾਜ ਕੋਲ ਹੁੰਦਾ ਤਾਂ ਮੈਨੂੰ ਲੱਗਦਾ ਵੀ ਉਹ ਸਾਰੀ ਕਮਿਊਨਿਟੀ ਨੂੰ ਉਹ ਉਸ ਲੈਵਲ 'ਤੇ ਬਣਾ ਦਿੰਦੇ ਜਿਸ ਲੈਵਲ 'ਤੇ ਬਣਾਉਣਾ ਚਾਹੀਦਾ ਸੀ। ਪਰ ਸਾਨੂੰ ਇਹ ਗੱਲ ਸਿਖਾਈ ਗਈ ਆ, ਸਾਨੂੰ ਇਹ ਨਹੀਂ ਸਿਖਾਇਆ ਗਿਆ ਕਿ ਗੁਰੂ ਰਵਿਦਾਸ ਮਹਾਰਾਜ ਨੇ ਰਾਜ ਦੀ ਗੱਲ ਕੀਤੀ। ਜਿਵੇਂ ਲੇਖਰਾਜ ਜੀ ਨੇ ਦੱਸਿਆ ਕਿ ਰਾਜ ਭਾਗ ਲੈਣਾ ਭਾਈ, ਸਾਧ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਮ ਮਖੀਰਾ ਜੀ। ਕਿਉਂਕਿ ਸਾਡੀ ਬੁੱਧੀ ਇਹੋ ਜਿਹੀ ਹੋ ਗਈ ਆ, ਅਸੀਂ ਇੱਕ ਦੂਜੇ ਦੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ। ਜੋ ਅਸਲ ਦੇ ਵਿੱਚ ਗੱਲ ਦੱਸੀ ਜਾਂਦੀ ਆ ਉਹਦੇ 'ਤੇ ਅਸੀਂ ਧਿਆਨ ਨਹੀਂ ਦਿੰਦੇ। ਰਾਜ ਭਾਗ ਦੀ ਗੱਲ ਕਰਦੇ ਸੀ ਜੀ, ਗੱਲ ਸਾਡੀ ਗੱਲ ਜਾਰੀ ਹੈ ਜੀ। ਚਾਲ ਸਾਹਿਬ, ਮੈਂ ਜਿਹੜੀ ਰਾਜ ਭਾਗ ਦੀ ਗੱਲ ਕਰ ਰਿਹਾ ਸੀ ਨਾਲ ਕਿਉਂਕਿ ਅਸੀਂ ਜਦੋਂ ਗੁਰਬਾਣੀ ਨੂੰ ਡੂੰਘਾਈ ਦੇ ਨਾਲ ਪੜ੍ਹਦੇ ਹਾਂ ਜਾਂ ਸਮਝਦੇ ਹਾਂ, ਜਦੋਂ ਗੁਰਬਾਣੀ 'ਤੇ ਆਪਾਂ ਚਿੰਤਨ ਮੰਥਨ ਕਰਦੇ ਹਾਂ, ਉਹਦੇ ਤੋਂ ਸਾਨੂੰ ਇਹ ਜਿਹੜਾ ਨਿਚੋੜ ਆ ਗੁਰੂ ਰਵਿਦਾਸ ਦਾ, ਜਿਹੜੀ ਉਹਨਾਂ ਦੀ ਲਿਖੀ ਹੋਈ ਬਾਣੀ ਤੋਂ ਹੀ ਸਾਨੂੰ ਮਿਲਦਾ ਆ। ਸੋ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ, ਮਨੁੱਖ ਵਸਨ ਕੋ ਦੋ ਠਾਉ, ਇੱਕ ਸੁਖ ਸਵਰਾਜ ਮੇ ਦੂਸਰਾ ਮਰਗਟ ਕਾਉ। ਤੇ ਸੋ ਉਹ ਕਿਹੜੇ ਸੁੱਖ ਆ, ਕਿਹੜੇ ਉਹ ਜਿਹੜੇ ਹੈਗੇ ਥਾਂ ਆ ਜਿੱਥੇ ਮਤਲਬ ਉਹਨਾਂ ਨੇ ਗੱਲ ਕੀਤੀ ਆ। ਸੋ ਇੱਕ ਤਾਂ ਸੁਖ ਸਵਰਾਜ ਮੇ ਆ, ਤੁਹਾਡੇ ਆਪਣੇ ਰਾਜ ਦੇ ਵਿੱਚ, ਤੁਹਾਡੇ ਆਪਣੇ ਰਾਜ ਭਾਗ ਦੇ ਵਿੱਚ, ਤੇ ਦੂਸਰਾ ਮਰਗਟ ਕਾਉ ਆ। ਤੇ ਜੇ ਤੁਸੀਂ ਸੁੱਖ ਜੀਂਦੇ ਜੀ ਮਤਲਬ ਲੈਣਾ ਚਾਹੁੰਦੇ ਆ ਤੇ ਫਿਰ ਆਪਣਾ ਰਾਜ ਭਾਗ ਲੈ ਕੇ ਆਓ, ਤੇ ਜਾਂ ਸੁੱਖ ਜਿਹੜਾ ਆ ਮਰਗਟ ਕਾਉ ਆ ਬੰਦੇ ਦੇ ਮਰਨ ਤੋਂ ਬਾਅਦ ਆ। ਸੋ ਇਸ ਕਰਕੇ ਗੁਰੂ ਰਵਿਦਾਸ ਦੀ ਅੱਜ ਮੈਂ ਸਮਝਦਾ ਕਿ ਜਿਹੜਾ ਗੁਰੂ ਰਵਿਦਾਸ ਨੂੰ ਮੰਨਣ ਵਾਲੀ ਨਾਮਲੇਵ ਸੰਗਤਾਂ,
ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਗਈ ਆ ਤੇ ਅੱਜ ਦੇ ਜ਼ਮਾਨੇ ਦੇ ਵਿੱਚ ਉਹ ਰਾਜ ਭਾਗਾਂ ਨੂੰ ਵੱਧ ਰਿਹਾ। ਸੋ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਆਪਣੇ ਨਗਰ ਕੀਰਤਨ ਦੇ ਪ੍ਰੋਗਰਾਮ ਸੀਗੇ ਜਾਂ ਜਿਹੜੇ ਆਪਣੇ ਗੁਰਪੁਰਬ ਨੂੰ ਮਨਾਉਣ ਦੇ ਸੰਬੰਧ 'ਚ ਰੱਖੇ ਗਏ ਪ੍ਰੋਗਰਾਮ ਆ, ਹਰ ਡਿਸਟ੍ਰਿਕਟ 'ਚ, ਹਰ ਸਥਾਨ 'ਤੇ, ਹਰ ਜ਼ਿਲ੍ਹੇ ਦੇ ਵਿੱਚ ਉੱਥੇ ਰਾਜ ਭਾਗ ਦੀ ਗੱਲ ਹੋ ਰਹੀ ਆ। ਸੋ ਪਿਛਲੇ ਦਿਨਾਂ ਦੇ ਵਿੱਚ ਚਾਲ ਸਾਹਿਬ ਸੋਸ਼ਲ ਮੀਡੀਆ 'ਤੇ ਜਾਂ ਆਮ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ 'ਚ ਗੁਰੂ ਰਵਿਦਾਸ ਦੀ ਹਾਥੀ ਦੇ ਉੱਤੇ ਜਿਹੜੀ ਆਪਣੀ ਸਵਾਰੀ ਆ, ਜਿੱਥੇ ਇੱਕ ਛਤਰ ਝੁਲਦੇ ਆ, ਇੱਕ ਰਾਜੇ ਦੀ ਕਚਹਿਰੀ ਤੋਂ ਜਦੋਂ ਉਹ ਬਾਹਰ ਆਉਂਦੇ ਆ ਤੇ ਉਹ ਇੱਕ ਹਾਥੀ ਦੀ ਸਵਾਰੀ ਦਾ ਪੋਸਟਰ ਆਪਾਂ ਨੂੰ ਮਿਲਦਾ, ਕਿਉਂਕਿ ਅਸੀਂ ਜ਼ਿਆਦਾਤਰ ਗੁਰੂ ਰਵਿਦਾਸ ਨੂੰ, ਸੋ ਮਾफ़ ਕਰਨਾ ਵੀ ਕਈ ਵਾਰੀ ਸ਼ਬਦ ਕੋਈ ਕੌੜੇ ਹੁੰਦੇ ਆ, ਸੋ ਅਸੀਂ ਉਹਨਾਂ ਨੂੰ ਇੱਕ ਸਿਰਫ ਜੁੱਤੀਆਂ ਗੰਢਣ ਵਾਲੀ ਤਸਵੀਰ ਹੀ ਜ਼ਿਆਦਾਤਰ ਦੇਖੀ ਆ ਜੀ, ਤੇ ਅਸੀਂ ਉਹਨਾਂ ਦੀ ਤਸਵੀਰ ਇੱਕ ਰਾਜ ਭਾਗ ਦੀ, ਇੱਕ ਹਾਥੀ ਤੇ ਸਵਾਰੀ ਤੇ ਇੱਕ ਛਤਰ ਝੁਲਦੇ ਹੋਏ ਨਹੀਂ ਦੇਖੇ। ਸੋ ਮੈਂ ਸਮਝਦਾ ਕਿ ਕਾਰਨ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਂ ਜਿਵੇਂ ਪਿਆਰੇ ਦਰਸ਼ਕੋ ਕਿਹਾ ਕਿ ਟੁੱਲ ਜਿਹੜੇ ਆ ਉਹ ਮਾਰੇ ਗਏ, ਚਾਹੇ ਸਿੱਖ ਸਮਾਜ ਦੇ ਵਿੱਚ ਹੈ, ਚਾਹੇ ਰਵਿਦਾਸੀ ਸਮਾਜ ਦੇ ਵਿੱਚ ਹੈ। ਟੁੱਲ ਮਾਰਨ ਵਾਲਾ ਹਮੇਸ਼ਾ ਹੀ ਬਾਹਮਣ ਰਿਹਾ। ਜਿਵੇਂ ਜਿਵੇਂ ਬਾਹਮਣ ਦੀ ਐਂਟਰੀ ਹੋਈ ਆ, 10ਵੇਂ ਪਾਤਸ਼ਾਹ ਜੀ ਨੂੰ ਵੀ ਇੱਕ ਜਗ੍ਹਾ ਲਿਖਿਆ ਕਿ ਇਹਨਾਂ ਨੇ ਪਿਸ਼ਾਬ ਕੀਤਾ ਧਰਤੀ ਸੋਨੇ ਦੀ ਹੋ ਗਈ। ਇਸ ਤਰ੍ਹਾਂ ਦੇ ਸ਼ਬਦ ਜਿਹੜੇ ਵਰਤੇ ਗਏ ਇਹ ਨਹੀਂ ਹੋਣੇ ਚਾਹੀਦੇ। ਅਸੀਂ ਚਾਹੁੰਦੇ ਕਿ ਜਿਹੜੀ ਗੁਰਬਾਣੀ, ਜਿਹੜੀ ਅਸਲ ਗੁਰਬਾਣੀ, ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਵੀ ਜਿਹੜੀ ਗੱਲ ਜਿਹੜੀ ਆ ਸੁਣਨੀ ਨਹੀਂ ਚਾਹੀਦੀ। ਜਿਵੇਂ ਗੁਰੂ ਰਵਿਦਾਸ ਮਹਾਰਾਜ ਬਾਰੇ ਆ ਕਿ ਇਹਨਾਂ ਨੂੰ ਸੰਤ ਸ਼੍ਰੋਮਣੀ ਦਾ ਖਿਤਾਬ ਦਿੱਤਾ ਭਾਰਤ ਨੇ, ਮੰਨ ਲਓ, ਲੇਕਿਨ ਕਿਹਦੇ ਕਾਰਨ ਦਿੱਤਾ? ਬਈ ਇਹ ਰਾਮਾਨੰਦ ਦੇ ਚੇਲੇ ਸੀ, ਜਦ ਕਿ ਮੀਰਾ ਜਿਹੜੀ ਆ ਗੁਰੂ ਰਵਿਦਾਸ ਦੀ ਚੇਲੀ ਸੀ, ਉਹ ਵੀ ਰਾਮਾਨੰਦ ਦੀ ਬਣਾ ਦਿੱਤੀ। ਲੇਕਿਨ ਸਜ਼ਾ ਗੁਰੂ ਰਵਿਦਾਸ ਅਸਲ ਦੇ ਵਿੱਚ ਕਿਹੜੇ ਕਾਰਨ ਬਣਾਇਆ ਕਿ ਸ਼੍ਰੋਮਣੀ? ਕਿਉਂਕਿ ਉਹ ਬ੍ਰਾਹਮਣ ਘਰ ਜਾਏ ਸੀ ਜੀ, ਬ੍ਰਾਹਮਣ ਦੇ ਘਰ ਉਹ ਪਿਛਲਿਆਂ ਤੋਂ ਪਿਛਲੇ ਜਨਮਾਂ ਦੇ ਵਿੱਚ ਬ੍ਰਾਹਮਣ ਦੇ ਘਰ ਉਹ ਪੈਦਾ ਹੋਏ ਸੀ, ਇਸ ਕਰਕੇ ਸ਼੍ਰੋਮਣੀ ਜਿਹੜੇ ਸੰਤ ਆ। ਲੇਕਿਨ ਉਹਨਾਂ ਨੂੰ ਸਜ਼ਾ ਮਿਲੀ ਦੁਬਾਰਾ ਹੋਰ ਜਾਤੀ ਦੇ ਘਰ, ਨੀਵੀਂ ਜਾਤੀ ਜਿਹਨੂੰ ਸਮਝਿਆ ਜਾਂਦਾ। ਮੈਨੂੰ ਨਹੀਂ ਲੱਗਦਾ ਵੀ ਕੋਈ ਨੀਵੀਂ ਜਾਤੀ ਹੁੰਦੀ ਆ। ਵੀ ਉਹ ਨੀਵੀਂ ਜਾਤੀ ਦੇ ਕਾਰਨ ਇਹ ਸੀ ਬਈ ਇੱਕ ਬ੍ਰਾਹਮਣ ਦੁਕਾਨ 'ਤੇ ਚਲਾ ਗਿਆ ਸੌਦਾ ਲੈਣ। ਜਦੋਂ ਉਹਨੂੰ ਸੌਦਾ ਲਿਆ ਤਾਂ ਉਹ ਜਿਹੜਾ ਸੌਦਾ ਦੇਣ ਵਾਲਾ ਸੀਗਾ ਉਹ ਸੀਗਾ ਸ਼ੂਦਰ। ਬ੍ਰਾਹਮਣ ਘਰ ਲੈ ਆਇਆ ਉਹ ਖਾਣਾ ਜੀ, ਲੇਕਿਨ ਉਹ ਤਾਂ ਪੈਟ ਹੋ ਗਿਆ। ਉਸ ਤੋਂ ਬਾਅਦ ਜਿਹੜਾ ਉਹਦਾ ਬੱਚਾ ਉਹਨੂੰ ਪੈਦਾ ਹੋਇਆ ਉਹਨਾਂ ਦਾ, ਉਹਨੂੰ ਉਹਦਾ ਦੁੱਧ ਛੱਡਿਆ, ਫਿਰ ਉਹਨੂੰ ਕੋਈ ਸਜ਼ਾ, ਇੱਦਾਂ ਦੀ ਕਹਾਣੀ ਬਣਾ ਕੇ ਸਾਡੇ ਸਿਰ 'ਤੇ ਮੜੀ ਹੋਈ ਆ। ਫਿਰ ਉਹਨੂੰ ਸ਼ਰਾਪ ਹੋਇਆ ਵੀ ਤੂੰ ਪਤਾ ਨਹੀਂ ਕੀ, ਸਮਝ ਵੀ ਨਹੀਂ ਆਉਂਦੀ ਇਹਨਾਂ ਦੀ ਗੱਲਾਂ ਕਰਨ ਨੂੰ ਵੀ ਨਹੀਂ ਦਿਲ ਕਰਦਾ, ਕਿਉਂਕਿ ਔਨ ਏਅਰ ਜਿਹੜੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ, ਕਈ ਵਾਰੀ ਸਾਨੂੰ ਕਰਨੀਆਂ ਪੈਂਦੀਆਂ। ਸੋ ਇਹੋ ਜਿਹੇ ਟੁੱਲ ਮਾਰੇ ਹੋਏ ਆ ਜਿਹੜੇ ਕਿ ਆ ਜਿਹੜਾ ਨਵਾਂ ਟੁੱਲ ਹੈਗਾ ਵੀ ਉਹਨਾਂ ਨੇ ਮਾਤਾ ਜਿਹੜੀ ਗੰਗਾ ਮਾਤਾ ਆ, ਜਦੋਂ ਉਹਨਾਂ ਨੂੰ ਦਮੜੀ ਦਿੱਤੀ, ਉਹਨਾਂ ਹੱਥ ਬਾਹਰ ਕੱਢਿਆ ਤੇ ਉਹਨਾਂ ਨੇ ਆਪਣੀ ਜਿਹੜੀ ਆ ਕੰਗਣ ਦਿੱਤੇ। ਮੈਂ ਇੱਕ ਗੱਲ ਕਹਿ ਦੇਵਾਂ ਪਿਆਰੇ ਦਰਸ਼ਕੋ ਕਿ ਜਿਹੜੀ ਇਹ ਕਹਾਣੀ ਬਣਾਈ ਗਈ ਹੈ ਜਾਣ ਬੁੱਝ ਕੇ ਗੰਗਾ ਮਾਤਾ ਨੂੰ ਵੱਡਿਆਂ ਕਰਨ ਲਈ ਬਣਾਈ ਗਈ। ਵੀ ਜਾਣੀ ਜਦੋਂ ਜਿਹੜੇ ਗੁਰੂ ਰਵਿਦਾਸ ਨੂੰ ਮੰਨਣ ਵਾਲੇ ਉਹ ਇਹ ਕਹਿਣ ਵੀ ਗੰਗਾ ਵੱਡੀ ਹੈਗੀ ਆ ਜੀ, ਜਦ ਕਿ ਗੰਗਾ ਤਾਂ ਹੈ ਹੀ ਨਹੀਂ, ਗੰਗਾ ਨਦੀ ਹੈਗੀ ਆ ਲੇਕਿਨ ਦੇਵੀ ਨਹੀਂ ਹੈਗੀ। ਉਹ ਦੇਵੀ ਹੋਣ ਦੀ ਤੁਹਾਨੂੰ ਸਾਡੇ ਵਾਲਿਆਂ ਨੂੰ ਜਾਣ ਬੁੱਝ ਕੇ ਇਹ ਪਾਇਆ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਗੰਗਾ ਹੈਗੀ ਆ ਲੇਕਿਨ ਗੁਰੂ ਰਵਿਦਾਸ ਤੋਂ ਵੱਡੀ ਇਸ ਕਰਕੇ ਵੀ ਬਾਹਰ ਆਈ ਆ। ਜੀ ਤੁਸੀਂ ਕੁਝ ਕਹਿ ਰਹੇ ਸੀ। ਜੀ ਹਾਂ ਚਾਲ ਸਾਹਿਬ, ਮੈਂ ਉਹ ਗੱਲ ਕਰ ਰਿਹਾ ਸੀ ਵੀ ਸਾਨੂੰ ਗੁਰੂ ਰਵਿਦਾਸ ਦੀ ਜਿਹੜੀ ਆ ਇਤਿਹਾਸਕ ਜਿਹੜੀਆਂ ਕਹਾਣੀਆਂ ਸੁਣਾਈਆਂ ਗਈਆਂ, ਤੁਸੀਂ ਕੁਝ ਉਦਾਹਰਨਾਂ ਦੇ ਕੇ ਦੱਸਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਜਿਹੜਾ ਜਿਨ੍ਹਾਂ ਦਾ ਰਾਜ ਭਾਗ ਹੁੰਦਾ ਜਾਂ ਜਿਨ੍ਹਾਂ ਦੀਆਂ ਸਰਕਾਰਾਂ ਹੁੰਦੀਆਂ, ਜਿਨ੍ਹਾਂ ਦੇ ਕੋਲ ਪਾਵਰ ਹੁੰਦੀ, ਉਹ ਆਪਣੇ ਹਿਸਾਬ ਨਾਲ ਇਤਿਹਾਸ ਲਿਖਾਉਂਦੇ ਆ ਜੀ। ਸੋ ਉਸ ਸਮੇਂ ਜਿਹੜੇ ਹਾਲਾਤ ਜਿਸ ਤਰ੍ਹਾਂ ਦੇ ਸੀਗੇ, ਜਾਤ ਪਾਤ ਦਾ ਬਹੁਤ ਬੋਲਬਾਲਾ ਸੀਗਾ ਅਤੇ ਛੋਟੀਆਂ ਕਾਸਟਾਂ ਨੂੰ ਜਿਹੜਾ ਪੜ੍ਹਨ ਲਿਖਣ ਦਾ ਕੋਈ ਅਧਿਕਾਰ ਨਹੀਂ ਸੀਗਾ, ਕੰਨਾਂ 'ਚ ਛਿੱਕੇ ਪਾਏ ਜਾਂਦੇ ਸੀ, ਬਾਣੀ ਸੁਣ ਪੜ੍ਹ ਨਹੀਂ ਸੀ ਸਕਦਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਅਗੇਂਸਟ ਗੁਰੂ ਰਵਿਦਾਸ ਨੇ ਇੱਕ ਬਗਾਵਤ ਕੀਤੀ ਆ। ਸੋ ਆਪਾਂ ਸਮਝਦੇ ਕਿ ਜਦੋਂ ਕੋਈ ਵੀ ਸਿਸਟਮ ਦੇ ਖਿਲਾਫ ਬਗਾਵਤ ਕਰਦਾ ਆ ਅਤੇ ਉਹਨਾਂ ਦੀ ਸ਼ਹਾਦਤ ਹੁੰਦੀ ਆ, ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ। ਸੋ ਇਹ ਇਸੇ ਤਰ੍ਹਾਂ ਗੁਰੂ ਰਵਿਦਾਸ ਜੀ ਨਾਲ ਹੋਇਆ। ਸੋ ਫਿਰ ਵੀ ਗੁਰੂ ਰਵਿਦਾਸ ਜੀ ਨੇ ਬਹੁਤ ਸਾਰੇ ਆਪਣੇ ਸ਼ਲੋਕਾਂ ਦੇ ਵਿੱਚ ਬਾਰ-ਬਾਰ ਇਸ ਗੱਲ ਦਾ ਜ਼ਿਕਰ ਕੀਤਾ ਬਈ ਹਰ ਕੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਅਤੇ ਕਈ ਥਾਂ ਉਹਨਾਂ ਨੇ ਇਹ ਵੀ ਕਹਿ ਰਵਿਦਾਸ ਚਮਾਰਾ। ਸੋ ਮੈਂ ਸਮਝਦਾ ਕਿ ਉਹਨਾਂ ਨੇ ਕੋਈ ਜਾਤੀ ਨੂੰ ਪ੍ਰਮੋਟ ਕਰਨ ਦੇ ਲਈ ਜਾਂ ਮਤਲਬ ਇੱਕ ਜਿਹੜੀ ਆਪਣੀ ਜਾਤੀ ਸੂਚਕ ਸ਼ਬਦ ਨੂੰ ਪ੍ਰਮੋਟ ਕਰਨ ਦੇ ਲਈ ਨਹੀਂ ਸੀ ਇਹ ਸ਼ਬਦ ਉਚਾਰੇ ਉਹਨਾਂ ਨੇ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਇੱਕ ਸੌਰੀ ਤੁਹਾਨੂੰ ਇੰਟਰਪਟ ਕੀਤਾ ਜੀ। ਇਹ ਜਿਹੜੇ ਹੈ ਨਾ ਤੁਸੀਂ ਸ਼ਬਦ ਵਰਤਿਆ
ਤੈ ਨਰ ਦੋਜਖ ਜਾਏਂਗੇ ਸੱਤ ਪਾਖੇ ਰਵਿਦਾਸ ਅਸਲ ਦੇ ਵਿੱਚ ਜੰਮਪੁਰ ਆ ਉਹ ਜੀ। ਕਿਉਂ ਸਾਡੇ ਕੋਲ ਪੰਜਾਬੀ 'ਚ ਜਾਂ ਇਹਨੂੰ ਟਰਾਂਸਲੇਟ ਕਿਉਂ ਕਰ ਲਿਆ ਜਾਂ ਕਿਉਂ ਨਹੀਂ ਕਰ ਲਿਆ ਪਤਾ ਨਹੀਂ। ਇਹ ਜਿਹੜਾ ਅਸਲੀ ਜਿਹੜਾ ਹੈਗਾ ਤੈ ਨਰ ਜੰਮਪੁਰ ਜਾਏਂਗੇ, ਜੰਮਪੁਰ ਮਤਲਬ ਨਰਕਾਂ 'ਚ ਜਾਣਗੇ। ਅਸੀਂ ਇੱਥੇ ਦੋਜਖ ਬਣਾ ਲਿਆ ਕਿਉਂਕਿ ਸਾਡੇ ਇੱਧਰ ਇਹਨਾਂ ਉਸ ਵੇਲੇ ਜਾਂਦਾ ਹੈ। ਇਹ ਕਿੱਦਾਂ ਹੋਇਆ ਇਹ ਕਹਾਣੀ ਬਾਅਦ ਦੀ ਜੀ? ਮੈਂ ਉਹ ਇਹੀ ਗੱਲ ਕਲੀਅਰ ਕਰਨੀ ਚਾਹੁੰਦਾ ਸੀਗਾ ਵੀ ਗੁਰੂ ਰਵਿਦਾਸ ਨੇ ਇਸ ਕਰਕੇ ਇਸ ਸ਼ਬਦ ਦਾ ਵਰਤਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਮੇਰੇ ਨਾਂ ਨੂੰ ਵੀ ਆਪਣੇ ਨਾਲ ਜੋੜ ਲੈਣਾ ਜੀ। ਵੀ ਉਹਨਾਂ ਨੇ ਇੱਕ ਸਾਡੇ ਦੇ ਲਈ ਬਹੁਤ ਵੱਡਾ ਇੱਕ ਜਿਹੜਾ ਆ ਇੱਕ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਸ਼ਬਦ ਰੱਖਤਾ ਵੀ ਇੱਕ ਛੋਟੀ ਜਾਤ 'ਚੋਂ ਪੈਦਾ ਹੋ ਕੇ ਵੀ ਪ੍ਰਮਾਤਮਾ ਦੀ ਭਗਤੀ ਕਰ ਸਕਦਾ। ਵੀ ਮੈਨੂੰ ਇਹਨਾਂ ਨੇ ਇੱਕ ਨੀਵੀਂ ਜਾਤ ਦਾ ਸੰਬੋਧਨ ਕੀਤਾ ਆ। ਸੋ ਤਦ ਬਾਰ-ਬਾਰ ਮਤਲਬ ਆਪਣੀ ਜਾਤ ਦਾ ਜ਼ਿਕਰ ਕਰਦੇ, ਅਦਰਵਾਈਜ਼ ਉਹਨਾਂ ਨੇ ਕੋਈ ਜਾਤ ਨੂੰ ਪ੍ਰਮੋਟ ਕਰਨ ਲਈ ਨਹੀਂ ਇਹ ਸ਼ਬਦ ਵਰਤਿਆ ਸੀ ਜੀ। ਬਿਲਕੁਲ ਬਿਲਕੁਲ ਠੀਕ ਹੈ। ਫਿਰ ਦਰਸ਼ਕੋ ਜਿਵੇਂ ਕਿਉਂਕਿ ਜਿਹੜਾ ਖਾਸ ਕਰਕੇ ਪੰਜਾਬ ਹੈ ਨਾ, ਪੰਜਾਬ ਦੇ ਵਿੱਚ ਇੱਕ ਕੌਲ ਆ, ਦੇਖ ਲਈ ਜੀ, ਦੇਖ ਲਓ ਜੀ। ਜੈ ਗੁਰਦੇਵ, ਜੈ ਭੀਮ ਜੀ। ਹਾਂਜੀ, ਜੈ ਭੀਮ, ਜੈ ਭਾਰਤ, ਜੈ ਗੁਰਦੇਵ ਜੀ। ਜੀ ਹਾਂਜੀ, ਮੈਂ ਚਾਹੁੰਦੀ ਸੀਗੀ ਕਿ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੁਨੀਆ ਤੇ ਦੁਨੀਆ ਨੂੰ ਤਾਰਨ ਆਏ। ਆਪਾਂ ਨੂੰ ਪਤਾ ਹੀ ਆ ਕਿ ਉਹਨਾਂ ਨੇ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਪ੍ਰਗਟ ਹੋ ਕੇ ਤੇ ਕਿਸ ਤਰ੍ਹਾਂ ਨੀਚੋਂ ਉੱਚ ਕੀਤਾ। ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ, ਹਨਾ। ਤੇ ਜਿਹੜੀ ਤੁਸੀਂ ਅੱਗੇ ਵੀ ਸਿੱਖ ਦਿਨ ਕੋਈ ਗੱਲ ਹੋਈ ਸੀ, ਕਿਸੇ ਹੋਰ ਨੇ ਵੀ ਕੀਤਾ, ਉਦੋਂ ਮੈਂ ਇੱਥੇ ਸੀਗੀ। ਤਾਂ ਅੱਜ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਆਪਾਂ ਕਹਿੰਦੇ ਨੇ ਕਿ ਇਹ ਸਟੋਰੀ ਬਣਾਈ ਆ ਗੰਗਾ ਮਾਤਾ ਦੀ, ਗੰਗਾ ਮਾਤਾ ਨੂੰ ਉੱਤੇ ਚੱਕਣ ਲਈ, ਪਰ ਗੰਗਾ ਮਾਤਾ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਿੱਦਾਂ ਆਪਾਂ ਕਹਿੰਦੇ ਨੇ ਕਿ ਸਤਿਕਾਰ ਕੀਤਾ। ਉਹਨਾਂ ਦੀ ਹੱਕ ਹਲਾਲ ਦੀ ਕਮਾਈ ਜਿਹੜੀ ਇੱਕ ਦਮੜੀ ਸੀ ਨਾ, ਨਹੀਂ ਤੁਸੀਂ ਮੇਰੀ ਇੱਕ ਗੱਲ ਸੁਣੋ। ਹਾਂਜੀ, ਜਿਹੜੀ ਗੰਗਾ ਨਦੀ ਆ, ਹਾਂਜੀ, ਉਹਦਾ ਔਰਤ ਦਾ ਵਜੂਦ ਸਮਝਦੇ ਤੁਸੀਂ? ਇਹ ਤੁਸੀਂ ਦੇਖੋ ਵੀ ਜੋ ਹਿਸਟਰੀ ਵੀ ਆਪਾਂ ਨੂੰ ਦੱਸਦੀ ਹੈ ਨਾ, ਪਰ ਉਹਦਾ ਸਤਿਕਾਰ ਕੀਤਾ ਗਿਆ। ਮੇਰੀ ਤੁਸੀਂ ਇੰਨੀ ਗੱਲ ਦਾ ਜਵਾਬ ਦਿਓ। ਮੈਂ ਕਹਿੰਦਾ ਸਾਨੂੰ ਸਤਿਕਾਰ ਸਿਖਾਲਣ ਲਈ ਗੱਲ ਕਹੀ ਆ, ਮੰਨਦੇ ਆ ਅਸੀਂ ਵੀ ਜਿਹੜੀ ਇੱਕ ਗੰਗਾ ਆ ਉਹ ਇਸਤਰੀ ਦਾ ਰੂਪ ਆ। ਇਸਤਰੀ ਦਾ ਰੂਪ ਆਪਾਂ ਏਦਾਂ ਨਹੀਂ ਜਾਣਦੇ ਹੁਣ, ਹਨਾ। ਫਿਰ ਪਰ ਤੁਸੀਂ ਇਹ ਦੇਖੋ ਕਿ ਆਪਾਂ ਜੋ ਹਿਸਟਰੀ ਪੜ੍ਹਦੇ ਆ ਪਿੱਛੇ ਤੋਂ, ਤੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਵੀ ਕੰਗਣ ਦਿੱਤੇ ਇੱਕ ਸਟੋਰੀ ਬਣਾਈ ਹੈ ਨਾ, ਜੇ ਕੰਗਣ ਦਿੱਤੇ ਉਹਨਾਂ ਨੇ ਸਤਿਕਾਰ ਕੀਤਾ ਉਹਨਾਂ ਦਾ, ਤੇ ਤਾਂ ਹੀ ਉਹਨਾਂ ਨੇ ਭੇਂਟ ਉਹਨੀ ਅਸੈਪਟ ਕੀਤੀ ਸੀ ਜਿਹੜੀ ਇੱਕ ਦਮੜੀ ਭੇਜੀ ਸੀਗੀ। ਤੇ ਜੇ ਫਿਰ ਇਹ ਸਾਰੀਆਂ ਹੀ ਗੱਲਾਂ ਇਦਾਂ ਹੀ ਆਪਾਂ ਲਾ ਲਈਏ ਕਿ ਸਟੋਰੀਆਂ ਬਣੀਆਂ ਆ, ਇਹ ਸਟੋਰੀ ਨਹੀਂ ਬਣੀ, ਇਹ ਹੈਗੀ ਵੀ ਸੱਚਾਈ ਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਦੋਂ ਪ੍ਰਗਟ ਹੋਏ ਉਹ ਤਾਰਨ ਆਏ ਆਪਾਂ ਨੂੰ, ਸਾਨੂੰ ਤਾਰਿਆ ਉਹਨਾਂ ਨੇ। ਕਿਉਂਕਿ ਆਪਾਂ ਨੂੰ ਪਹਿਲਾਂ ਪਤਾ ਹੈ ਕਿ ਆਪਾਂ ਹਿਸਟਰੀ ਪੜ੍ਹਦੇ ਕਿ ਕੀ ਦਸ਼ਾ ਸੀ, ਆਪਾਂ ਸਭ ਨੂੰ ਪਤਾ ਕਿ ਦਸ਼ਾ ਕਿਹੜੀ ਸੀ, ਕਿਸ ਤਰ੍ਹਾਂ ਆਪਾਂ ਨੂੰ ਟ੍ਰੀਟ ਕੀਤਾ ਜਾਂਦਾ। ਮੈਨੂੰ ਤੁਸੀਂ ਇਦਾਂ ਦੱਸੋ ਵੀ ਜਿਹੜੀ ਦੇਵੀ ਹੁੰਦੀ ਹੈ ਉਹ ਹਿੰਦੂ ਧਰਮ ਚ ਹੁੰਦੀ ਆ? ਹਾਂਜੀ। ਤੇ ਫਿਰ ਤੁਸੀਂ ਹਿੰਦੂ ਧਰਮ ਨੂੰ ਜਿਹੜਾ ਜੀ ਹਿੰਦੂ ਧਰਮ ਤੁਸੀਂ ਕਹਿੰਦੇ ਨਾ, ਹਿੰਦੂ ਧਰਮ ਦੇ ਉਸ ਵੇਲੇ ਕਿੰਨੇ ਰਾਜੇ ਤੇ ਰਾਣੀਆਂ ਸੀ। ਆਪਾਂ ਆਰਗੂਮੈਂਟ ਨਹੀਂ ਕਰਨੀ, ਮੈਂ ਆਰਗੂ ਨਹੀਂ ਕਰ ਰਿਹਾ। ਇਹ ਦੇਖੋ ਵੀ ਕਿੰਨੇ ਉਹ ਵੀ ਤਾਂ ਹਿੰਦੂ ਹੀ ਸੀ ਜਿਹੜੇ ਰਾਜੇ ਰਾਣੀਆਂ ਸੀ। ਕਿੰਨੇ ਸੀ ਉਹ, ਕਿੰਨੇ 52 ਰਾਜੇ ਤੇ ਰਾਣੀਆਂ ਉਹਨਾਂ ਦੇ ਚਰਨੀ ਪਏ, ਉਹਨਾਂ ਦੇ ਸੇਵਕ ਬਣੇ। ਤੇ ਮੀਰਾਬਾਈ ਦੇਖੋ ਕਿੰਨੇ ਘਰਾਣੇ ਦੀ ਉੱਚੀ ਲੜਕੀ ਸੀ। ਤੁਹਾਡੀ ਬਹੁਤ ਮਿਹਰਬਾਨੀ ਜੀ। ਅਸੀਂ ਆਪਾਂ ਰਾਜਿਆਂ ਦੀ ਗੱਲ ਨਹੀਂ ਕਰ, ਉਹਨਾਂ ਦੇ ਰਾਜੇ ਸੇਵਕ ਸੀਗੇ, ਇਹ ਹੁੰਦੇ ਮਹਾਂਪੁਰਸ਼ਾਂ ਦੇ। ਮੈਂ ਤਾਂ ਇੰਨੀ ਗੱਲ ਤੁਸੀਂ ਕਹਿ ਕੇ ਆਪੇ ਫੋਨ ਕੱਟ ਲਿਓ ਵੀ ਤੁਸੀਂ ਕੀ ਇਹ ਮੰਨਦੇ ਆ ਵੀ ਔਰਤ ਦਾ ਵਜੂਦ ਸੀ, ਦੇਵੀ ਜਿਹੜੀ ਪਾਣੀ ਗੰਗਾ ਜਿਹੜੀ ਉਹ ਦੇਵੀ ਆ ਤੇ ਔਰਤ ਦਾ ਵਜੂਦ ਆ? ਇੰਨੀ ਸਮਝਾ ਦਿਓ ਗੱਲ, ਉਦੋਂ ਬਾਅਦ ਸਾਡੇ ਕੋਲ ਇੱਕ ਹੋਰ ਕਾਲ ਹੈ। ਨਹੀਂ, ਇਹ ਤਾਂ ਤੁਸੀਂ ਤਾਂ ਆਪੇ ਬਹੁਤ ਸਮਝਦਾਰ ਆ, ਐਸੀ ਨਹੀਂ ਇਹ ਤੁਸੀਂ ਆਪੇ ਸਮਝਦਾਰ। ਮੈਂ ਤਾਂ ਜਿੰਨਾ ਕੁ ਆਪਾਂ ਨੂੰ ਪਤਾ ਹੈ ਆਪਾਂ ਹਿਸਟਰੀ ਪੜ੍ਹਦੇ ਆ ਨਾ, ਆਪਾਂ ਆਰਗੂਮੈਂਟ ਨਹੀਂ ਕਰਨੀ। ਬਹੁਤ ਮਿਹਰਬਾਨੀ ਜੀ, ਕਾਂਚੀ ਟੀਵੀ ਤੇ ਫੋਨ ਕਰ ਰਹੇ, ਬਹੁਤ ਬਹੁਤ ਜੈ ਭੀਮ ਜੀ। ਪਿਆਰੇ ਦਰਸ਼ਕੋ, ਜਿਹੜੇ ਮੈਂ ਇੱਥੋਂ ਗੱਲ ਕਹਿ ਰਿਹਾ ਜਾਂ ਲੇਖਰਾਜ ਜੀ ਕਹਿ ਰਹੇ, ਜ਼ਰੂਰੀ ਨਹੀਂ ਤੁਸੀਂ ਸਾਡੇ ਨਾਲ ਸਹਿਮਤ ਹੋਣਾ, ਇਹ ਤੁਹਾਡੀ ਆਪਣੀ ਮਰਜ਼ੀ ਆ। ਜਿੱਥੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਉੱਥੇ ਆਪਣੀ ਗੱਲ ਨੂੰ ਅੰਦਰ ਬਾੜ ਸਕਦੇ ਆ, ਉੱਤੇ ਰਹਿ ਸਕਦੇ ਆ। ਮੈਂ ਇਹ ਕਹਿ ਰਿਹਾ, ਮੇਰਾ ਇਹ ਤਰਕ ਹੈ ਕਿ ਗੁਰੂ ਰਵਿਦਾਸ ਨੇ ਜੁੱਤੀਆਂ ਕਦੀ ਵੀ ਨਹੀਂ ਗੰਢੀਆਂ, ਨਾ ਉਹਨਾਂ ਕੋਲ ਟਾਈਮ ਸੀ। ਅਗਰ ਉਹਨਾਂ ਦੀਆਂ ਸਭ ਤੋਂ ਪਹਿਲੀਆਂ ਉਦਾਸੀਆਂ ਜਿਹੜੀਆਂ ਆ ਉਹ ਗੁਰੂ ਰਵਿਦਾਸ ਨੇ ਕੀਤੀਆਂ, ਉਹਨਾਂ ਕੋਲ ਇੰਨਾ ਪੰਜੇ ਜਿਹੜੇ ਸਤਿਗੁਰ ਸੀਗੇ ਉਹਨਾਂ ਕੋਲ ਇੰਨਾ ਟਾਈਮ ਹੀ ਨਹੀਂ ਸੀਗਾ ਕਿ ਉਹ ਆਪਣਾ ਬਿਜ਼ਨਸ ਕਰ ਸਕਦੇ।
ਜੇਕਰ ਗੁਰੂ ਰਵਿਦਾਸ ਜੀ ਦੀ ਗੁਰੂ ਨਾਨਕ ਨਾਲ ਮਿਲਣੀ ਦਿਖਾਉਣੀ ਆ, ਜੇਕਰ ਗੁਰੂ ਰਵਿਦਾਸ ਜੀ ਦੀ ਰਾਣਿਆਂ ਨਾਲ, ਹੁਸ਼ਿਆਰਪੁਰ ਦੇ ਵਿੱਚ ਰਾਣਿਆਂ ਨਾਲ ਮੱਥਾ ਲਾਉਣਾ, ਤਾਂ ਉਹ ਇਹ ਥੋੜ੍ਹੀ ਆ ਵੀ ਉੱਥੇ ਜੁੱਤੀਆਂ ਗੰਢਣ ਲਈ ਹਿੰਦੂ ਨੇ ਜਾਣਬੁੱਝ ਕੇ ਇੱਕ ਬੰਦਾ ਇਹੋ ਜਿਹਾ ਬਣਾ ਕੇ ਤੁਹਾਡੇ ਮੂਹਰੇ ਪੇਸ਼ ਕੀਤਾ ਜਿਹੜਾ ਜੁੱਤੀਆਂ ਗੰਢ ਰਿਹਾ। ਲੇਕਿਨ ਗੁਰੂ ਰਵਿਦਾਸ ਕਦੀ ਵੀ ਜੁੱਤੀਆਂ ਨਹੀਂ ਗੰਢਦਾ, ਉਹਨਾਂ ਕੋਲ ਟਾਈਮ ਸੀ। ਇੱਕ ਕੌਲ ਆ ਮੈਨੂੰ ਲੱਗਦਾ। ਜੈ ਗੁਰਦੇਵ, ਜੈ ਭੀਮ ਜੀ। ਹਾਂਜੀ, ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਜੀ ਆਵਾਜ਼ ਨਹੀਂ ਆ ਰਹੀ ਜੀ। ਹਾਂ, ਤੁਸੀਂ ਆਉਣੇ ਨਾ ਭਾਜੀ। ਹਾਂਜੀ, ਡਾਕਟਰ ਭਾਈ ਬੋਲ ਰਿਹਾ ਜੀ। ਹਾਂਜੀ ਚਾਲ ਸਾਹਿਬ, ਡਾਕਟਰ ਬੋਲ ਰਿਹਾ। ਹਾਂਜੀ ਸੁਖ ਸਾਹਿਬ। ਹਾਂ, ਮੈਂ ਲੰਬੀ ਚੌੜੀ ਗੱਲ ਨਹੀਂ ਕਰਨੀ। ਇੱਕ ਬੇਨਤੀ ਹੈਗੀ ਆ ਕਿ ਜੇਕਰ ਹੈ ਨਾ ਜਿਹੜੀ ਅਸੀਂ ਕਹਿੰਦੇ ਹਿਸਟਰੀ ਦੱਸਦੀ ਆ, ਜੇਕਰ ਹਿਸਟਰੀ ਦੱਸਦੀ ਤਾਂ ਫਿਰ ਸਾਨੂੰ ਇਹ ਵੀ ਫਿਰ ਹਾਂ ਗੱਲ ਮੰਨਣੀ ਪੈਣੀ ਆ ਵੀ ਉਹ ਪਹਿਲਾਂ ਬਾਹਮਣ ਸੀਗਾ। ਇਹਨਾਂ ਗੱਲਾਂ ਨੂੰ ਸਾਨੂੰ ਬੋਲਣਾ ਉਹੀ ਤਾਂ ਗੱਲ ਵੀ ਬਾਹਮਣ ਦੇ ਸਜ਼ਾ ਹੋਈ ਆ ਗੁਰੂ ਰਵਿਦਾਸ ਨੂੰ ਵੀ ਉਹਨੇ ਦੁੱਧ ਜਿਹੜਾ ਆ ਏਦਾਂ ਕੁਛ ਪੀਤਾ ਕਿਸੇ ਦਾ। ਜਿਹੜਾ ਸਤਿਗੁਰੂ ਰਵਿਦਾਸ ਮਹਾਰਾਜ ਦੀ ਜਿਹੜੀ ਬਾਣੀ ਹੈ ਉਹ ਗਿਆਨ ਹੈ ਜੀ। ਜੇਕਰ ਗਿਆਨ ਲੈਣਾ ਹੈ ਤਾਂ ਫਿਰ ਸਾਨੂੰ ਆਪਣੇ ਆਪ ਦਿਮਾਗ ਖੋਲ੍ਹਣਾ ਪੈਣਾ। ਬਿਲਕੁਲ, ਇਹ ਪੁਰਾਣੀਆਂ ਸਟੋਰੀਆਂ ਸਾਨੂੰ ਛੱਡਣੀਆਂ ਪੈਣਗੀਆਂ। ਬਿਲਕੁਲ, ਬਸ ਇੰਨਾ ਪੁੱਛਣਾ ਚਾਹੁੰਦਾ ਜੀ ਮੈਂ। ਜੈ ਗੁਰਦੇਵ ਜੀ, ਥੈਂਕ ਯੂ ਜੀ, ਬਹੁਤ ਮਿਹਰਬਾਨੀ। ਪਿਆਰ ਦਰਸ਼ਕੋ, ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਵਿਚਾਰ ਤੁਹਾਡੇ ਆਪੋ ਆਪਣੇ ਹੁੰਦੇ ਨੇ, ਸੋਚ ਤੁਹਾਡੀ ਆਪੋ। ਜ਼ਰੂਰੀ ਨਹੀਂ ਹੁੰਦਾ ਤੁਸੀਂ ਮੇਰੇ ਨਾਲ ਸਹਿਮਤ ਹੋਣਾ, ਜ਼ਰੂਰੀ ਨਹੀਂ ਹੈ। ਲੇਖ ਰਾਜ ਜੀ ਜੋ ਕਹਿ ਰਹੇ ਪ੍ਰੋਗਰਾਮਾਂ ਗੱਲ ਕਰਦੇ ਆ, ਗੱਲ ਸੁਣਦੇ ਆ, ਔਰ ਸਾਰਿਆਂ ਦੀ ਜਿੱਦਾਂ ਦੇ ਵਿਚਾਰ ਆ। ਪਰ ਮੈਨੂੰ ਲੱਗਦਾ ਕਿ ਗੰਗਾ ਨਾਮ ਦੀ ਕੋਈ ਔਰਤ ਹੈ ਨਹੀਂ ਗੀ। ਜੇਕਰ ਇਤਿਹਾਸ ਨੂੰ ਕਈ ਜਾਣ ਵਿੱਚ ਤੁਹਾਨੂੰ ਇਹ ਵੀ ਮੰਨਣਾ ਪਵੇਗਾ ਕਿ ਹਨੂੰਮਾਨ ਨੇ ਪਹਿਲਾਂ ਸਮੁੰਦਰ ਸਾਰਾ ਪੀ ਲਿਆ ਸੀ, ਫਿਰ ਉਹ ਪਿਸ਼ਾਬ ਰਾਹੀਂ ਉਹ ਕੱਢ ਦਿੱਤਾ, ਇਸ ਕਰਕੇ ਸੁਬਾਣਾ ਲੂਣਾ ਆ। ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਾਡੇ 'ਤੇ ਥੋਪੀਆਂ ਗਈਆਂ, ਗੁਰੂਆਂ 'ਤੇ ਥੋਪੀਆਂ ਗਈਆਂ। ਮੈਨੂੰ ਕਿਸੇ ਨੇ ਕਿਹਾ ਸੀ ਕਿ ਡਾਕਟਰ ਅੰਬੇਡਕਰ ਨੇ ਹਿੰਦੂ ਕਿਉਂ ਲਿਖਿਆ ਸਿੱਖ ਨੂੰ, ਇੱਕ ਉਹ ਰੂਪ ਆ। ਮੈਂ ਕਿਉਂਕਿ ਡਾਕਟਰ ਅੰਬੇਡਕਰ ਵਰਗਾ ਬੰਦਾ ਇਹ ਕਿੱਦਾਂ ਲਿਖ ਸਕਦਾ, ਮੈਂ ਫਿਰ ਉਹਨੂੰ ਪੜ੍ਹਨਾ ਚਾਹਿਆ ਕੁਛ ਇਹੋ ਜਿਹੇ ਜਿਹੜੇ ਗੁਰੂਆਂ ਦੇ ਨਾਲ ਸੰਬੰਧਿਤ ਜੀਵਨ ਆ। ਇੰਨਾ ਕੁਛ ਉਹਨਾਂ ਨੇ ਹਿੰਦੂਇਜ਼ਮ ਫੈਲਾਇਆ, ਇੰਨਾ ਕੁਛ ਹਿੰਦੂਇਜ਼ਮ ਫੈਲਾਇਆ। ਮੇਰਾ ਇਹ ਦਿਲ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਬਾਕੀ ਸਾਰੇ ਗ੍ਰੰਥ ਸਾਰੇ ਸਾਨੂੰ ਛੱਡ ਹੀ ਦੇਣੇ ਚਾਹੀਦੇ। ਜੈ ਗੁਰਦੇਵ, ਜੈ ਭੀਮ ਜੀ। ਜੈ ਗੁਰਦੇਵ ਜੀ। ਕੀ ਹਾਲ ਚਾਲ ਆ ਚਾਲ ਸਾਹਿਬ ਜੀ? ਠੀਕ ਹੈ ਜੀ, ਠੀਕ ਹੈ। ਸਭ ਤੋਂ ਪਹਿਲਾਂ ਦਾਸ ਇਹ ਸਾਰੀ ਸਮੁੱਚੀ ਕੌਮ ਨੂੰ ਸਤਿਗੁਰੂ ਮਹਾਰਾਜ ਰਵਿਦਾਸ ਮਹਾਰਾਜ ਦੇ ਅਵਤਾਰ ਦਿਵਸ ਤੇ ਲੱਖ ਲੱਖ ਵਧਾਈ ਦਿੰਦਾ। ਨਾਲ ਹੀ ਕਾਂਚੀ ਟੀਵੀ ਦੇ ਜਿੰਨੇ ਵੀ ਪ੍ਰੈਜ਼ੈਂਟਰ ਆ, ਜਿੰਨੀ ਵੀ ਟੀਮ ਆ, ਉਹਨਾਂ ਨੂੰ ਵੀ ਵਧਾਈ ਦਿੰਦਾ ਕਿ ਉਹ ਬਹੁਤ ਸੋਹਣਾ ਕੰਮ ਕਰ ਰਹੇ ਆ। ਤੇ ਇੱਦਾਂ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੀ ਰੱਖੇ ਤੁਹਾਡੇ ਤੇ, ਇੱਦਾਂ ਹੀ ਸੇਵਾ ਕਰਦੇ ਰਹੋ। ਤੇ ਦਾਸ ਨੇ ਤੁਹਾਡੀ ਤੁਸੀਂ ਪ੍ਰੋਗਰਾਮ ਜਿਹੜੇ ਦਿੰਦੇ ਬਹੁਤ ਸੋਹਣਾ ਦਿੰਦੇ ਆ, ਸਾਰੇ ਜਿੰਨੇ ਪ੍ਰੈਜ਼ੈਂਟਰ ਸੋਹਣਾ ਦਿੰਦੇ ਆ, ਪਰ ਤੁਸੀਂ ਵੀ ਖਾਸ ਪ੍ਰੋਗਰਾਮ ਲੈ ਕੇ ਆਉਂਦੇ, ਤੁਹਾਡੀ ਨੌਲੇਜ ਵੀ ਬਹੁਤ ਆ। ਪਰ ਦਾਸ ਨੇ ਥੋੜਾ ਜਿਹਾ ਮੈਂ ਵੀ ਹਿੱਸਾ ਪਾ ਲਵਾਂ ਤੇ ਮੇਰਾ ਦਿਲ ਕਰਦਾ ਤੁਹਾਡੀਆਂ ਗੱਲਾਂ ਦੇ ਵਿੱਚ ਸਾਂਝ ਕਰ ਲਵਾਂ ਜੀ। ਦੇਖੋ, ਜਦੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਆਏ ਆ, ਦਾਸ ਦੀ ਇੰਨੀ ਬੁੱਧੀ ਤਾਂ ਹੈ ਨਹੀਂ, ਨਾ ਤਾਂ ਮੈਂ ਪ੍ਰੈਜ਼ੈਂਟ ਉਸ ਵੇਲੇ ਸੀਗਾ, ਨਾ ਜਦੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਹੋਏ ਇਸ ਦੁਨੀਆ ਦੇ ਵਿੱਚ ਅਵਤਾਰ ਧਾਰਿਆ, ਉਸ ਵੇਲੇ ਟਾਈਮ ਜਿਹੜਾ ਸੀਗਾ, ਜਿੱਦਾਂ ਆਪਣੇ ਭਾਜੀ ਹੁਣੀ ਕਿਹਾ ਵੀ ਉਸ ਵੇਲੇ ਕੰਨਾਂ ਵਿੱਚ ਸਿੱਕਾ ਪਾਉਂਦੇ ਸੀਗੇ। ਸਾਨੂੰ ਕੋਈ ਵੀ ਜਿਹੜੀ ਤੁਸੀਂ ਪੁਆਇੰਟ ਤੇ ਆਓ, ਇਹ ਗੱਲਾਂ ਹੋ ਗਈਆਂ ਪੁਆਇੰਟ ਤੇ। ਹਾਂ, ਸਾਨੂੰ ਕੋਈ ਆਪਣੀ ਐਜੂਕੇਸ਼ਨ ਲੈਣ ਦਾ ਹੱਕ ਨਹੀਂ ਸੀਗਾ। ਮੈਂ ਇਸ ਪੁਆਇੰਟ ਤੇ ਆ ਗਿਆ ਮੈਂ ਜੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਕੋਈ ਐਜੂਕੇਸ਼ਨ ਲਈ ਨਹੀਂ, ਉਹ ਅਵਤਾਰ ਲੈ ਕੇ ਆਏ ਆ। ਉਹ ਅਵਤਾਰ, ਉਹਨਾਂ ਨੂੰ ਉਹ ਸਭ ਕੁਛ ਰੱਬੀ ਰੂਪ ਸੀਗੇ, ਉਹਨਾਂ ਦੇ ਕੋਲ ਸਭ ਕੁਛ ਤਾਕਤ ਸੀਗੀ। ਪੁਆਇੰਟ ਤੇ ਮੈਂ ਇੱਥੇ ਆਇਆ, ਉਸ ਵੇਲੇ ਉਹਨਾਂ ਨੂੰ ਵੀ ਮਾਰਨ ਵਾਸਤੇ ਉਹਨਾਂ ਨੂੰ ਵੀ ਇਹ ਸਿੱਕਾ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੋਊਗੀ। ਇਹ ਜ਼ਰੂਰੀ ਨਹੀਂ ਹੈਗਾ ਵੀ ਉਹਨਾਂ ਤੇ ਨਹੀਂ ਕੀਤੀ ਹੋ। ਉਹ ਕਿਉਂ ਨਹੀਂ ਕਰ ਸਕੇ ਉਹਨਾਂ ਦੇ ਉੱਤੇ ਆਪਣਾ ਕੰਮ, ਉਹਨਾਂ ਦੇ ਕੰਨਾਂ ਵਿੱਚ ਸਿੱਕਾ ਕਿਉਂ ਨਹੀਂ ਪਾ ਸਕੇ? ਕਿਉਂਕਿ ਉਹਨਾਂ ਦਾ ਰੱਬੀ ਅਵਤਾਰ ਸੀਗਾ, ਰੱਬ ਦਾ ਅਵਤਾਰ ਸੀਗਾ। ਰੱਬ ਦੇ ਅਵਤਾਰ ਨੂੰ ਕੋਈ ਕੁਛ ਨਹੀਂ ਕਰ ਸਕਦਾ। ਇਸ ਕਰਕੇ ਉਹਨਾਂ ਨੂੰ ਇੱਕ ਖਾਸ ਸ਼੍ਰੋਮਣੀ ਸੰਤਾਂ ਦਾ ਜਿਹੜਾ ਖਿਤਾਬ ਦਿੱਤਾ ਗਿਆ, ਇਹ ਹੁਣ ਅਸੀਂ ਦਿੱਤਾ, ਸਾਡੇ ਲੋਕਾਂ ਨੇ ਦਿੱਤਾ, ਨਾ ਕਿ ਉਹਨੂੰ ਉਸ ਵੇਲੇ ਦਿੱਤਾ। ਦੂਜੇ ਪਾਸੇ ਨਾਲ ਇਹ ਆਪਾਂ ਕਹਿ ਰਹੇ ਹਾਂ ਵੀ ਉਹਨੇ, ਤੁਸੀਂ ਆਪਣੇ ਵੱਲੋਂ ਕਹਿ ਰਹੇ ਹਾਂ, ਚਲੋ ਤੁਹਾਡੀ ਸੋਚ ਤੁਹਾਡੇ ਨਾਲ। ਜਿਹੜੇ ਕਹਿੰਦੇ ਪੱਥਰ ਨਹੀਂ ਤਾਰੇ ਹੋਣਗੇ, ਕਿਉਂ ਨਹੀਂ ਤਾਰੇ ਹੋਣਗੇ? ਮੈਂ ਇਸ ਕਰਕੇ ਤਾਂ ਕਹਿੰਦਾ ਜ਼ਰੂਰ ਤਾਰੇ ਹੋਣਗੇ। ਸਤਿਗੁਰੂ
ਸਤਿਗੁਰ ਨਾਨਕ ਦੇਵ ਜੀ ਨੇ ਉਹਨਾਂ ਤੋਂ ਨਾਮ ਲਿਆ। ਠੀਕ ਹੈ ਜੀ, ਬਹੁਤ ਦੇਖੋ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ। ਜੇਕਰ ਗੁਰੂ ਨਾਨਕ ਸਾਹਿਬ ਦੀ ਸੋਚ, ਇੱਕ ਮਿੰਟ ਮੇਰੀ ਗੱਲ, ਨਹੀਂ ਤੁਸੀਂ ਤੁਹਾਡਾ ਹੋਰ ਪਾਸੇ ਜਾ ਰਹੇ ਸੀ। ਮੇਰੀ ਗੱਲ ਸੁਣ ਲਓ, ਮੈਂ ਉੱਥੋਂ ਵਾਪਸ ਆ ਜਾਣਾ। ਮੇਰੀ ਗੱਲ ਸੁਣ ਲਓ, ਜੇਕਰ ਗੁਰੂ ਨਾਨਕ ਦੇਵ ਨਾਲ ਮਿਲਣੀ ਕਰਾਉਣੀ ਆ ਗੁਰੂ ਰਵਿਦਾਸ ਦੀ ਜੀ, ਤੇ ਗੁਰੂ ਨਾਨਕ ਨੇ ਆਪਣੀ ਪ੍ਰੋਡਕਸ਼ਨ, ਜਿਹੜਾ ਆਪਣਾ ਖੂਨ ਆ, ਲక్ష్ਮੀ ਚੰਦ ਤੇ ਸ਼੍ਰੀ ਚੰਦ, ਉਹਨੂੰ ਗੱਦੀ ਨਹੀਂ ਦਿੱਤੀ ਕਿਉਂਕਿ ਉਹ ਹਿੰਦੂਇਜ਼ਮ ਦੇ ਪੱਖ 'ਚ ਖੜਦੇ ਸੀ। ਉਹਨੂੰ ਗੱਦੀ ਦੇ ਦਿੱਤੀ, ਮਾਫ ਕਰਨਾ, ਉਹਨਾਂ ਨੂੰ ਗੱਦੀ ਦੇ ਦਿੱਤੀ ਜਿਹੜੇ ਹਿੰਦੂਇਜ਼ਮ ਮਾਤਾ ਨੂੰ ਛੱਡ ਕੇ ਆਏ, ਜਿਹੜੇ ਦੂਸਰੇ ਪਾਤਸ਼ਾਹ। ਜੇਕਰ ਤੁਸੀਂ ਗੁਰੂ ਨਾਨਕ ਤੇ ਮੇਰੀ ਗੱਲ ਸੁਣ ਲਓ, ਨਹੀਂ ਮੈਂ ਸੁਣਨੀ ਨਹੀਂ, ਮੇਰੀ ਪਹਿਲਾਂ ਸੁਣੋ। ਗੁਰੂ ਨਾਨਕ ਦੀ ਤੇ ਗੁਰੂ ਰਵਿਦਾਸ ਜੀ ਦੀ ਗੱਲ ਕਰਨੀ ਹੈ, ਇਹਨਾਂ ਦੀ ਇਕੱਠਿਆਂ ਦੀ, ਤਾਂ ਤੁਹਾਨੂੰ ਪੱਥਰ ਛੱਡਣੇ ਪੈਣਗੇ। ਤਾਂ ਜੇ ਪੱਥਰ ਜੇ ਪੱਥਰ ਲੈ ਕੇ ਤੁਰਨਾ, ਤੇ ਫਿਰ ਗੁਰੂ ਨਾਨਕ ਤੇ ਰਵਿਦਾਸ ਜੀ ਦੀ ਸੋਚ ਨਹੀਂ ਬਣੇਗੀ। ਗੁਰੂ ਸਾਹਿਬ ਸਤਿਗੁਰ ਆਪਣੇ ਗੁਰੂ ਨਾਨਕ ਜੀ ਨੇ ਬਾਣੀ ਦੇ ਵਿੱਚ ਕਾਹਤੇ ਲਿਖਿਆ, ਜਦੋਂ ਵੀ ਉਹ ਲਿਖਦੇ ਆ, ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ, ਮੈਂ ਦੇਖੋ ਮੈਂ ਤੁਹਾਡੀ ਗੱਲ, ਇੱਕ ਮਿੰਟ ਮੇਰੀ ਗੱਲ ਸੁਣੋ, ਮੇਰੀ ਭਾਈ ਸਾਹਿਬ ਮੇਰੀ ਗੱਲ ਸੁਣੋ। ਭਾਈ ਸਾਹਿਬ ਇੱਕ ਮਿੰਟ, ਮੈਂ ਜੱਖੂ ਜੀ ਨਾਲ ਤੁਹਾਡੀ ਗੱਲ ਕਰਾਉਣੀ ਆ। ਕਾਰਨ ਇਹ ਆ, ਮੈਂ ਚਾਹੁੰਦਾ ਨਹੀਂ ਹੁੰਦਾ ਕਿ ਬਹਿਸ ਬਸਾ ਹੋ ਜਾਏ, ਲੇਕਿਨ ਦੇਖੋ ਜਿਹੜੀ 650 ਸਾਲ ਗੱਲ ਸੁਣੋ ਜੀ, ਜਿਹੜੀ 650 ਸਾਲ ਪਹਿਲਾਂ ਗੱਲ ਕਹੀ ਆ, ਕਿਸ ਸੰਦਰਭ 'ਚ ਕਹੀ ਆ, ਮੈਨੂੰ ਪਤਾ ਨਹੀਂ ਹੈਗਾ, ਨਾ ਮੈਂ ਇਹਦਾ ਗਿਆਨੀ ਹੈਗਾ। ਮੈਨੂੰ ਇਹ ਪਤਾ ਵੀ ਸਮੇਂ ਗੱਲ ਬਦਲਦੀ ਰਹਿੰਦੀ। ਜੱਖੂ ਨਹੀਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਜੀ। ਜੱਖੂ ਜੀ, ਇਹ ਬਹੁਤ ਮਿਹਰਬਾਨੀ ਜੀ। ਜਿਹੜੀ ਆਪਣੀ ਕਾਲ ਆਈ ਹੈ, ਸਭ ਤੋਂ ਪਹਿਲਾਂ ਜੈ ਗੁਰਦੇਵ, ਧੰਨ ਗੁਰਦੇਵ, ਤੇ ਬਹੁਤ ਧੰਨਵਾਦ ਭਾਈ ਸਾਹਿਬ ਜਿਹੜੀ ਵਿਚਾਰ ਕਰ ਰਹੇ ਆ। ਸੋ 2 ਮਿੰਟ ਮੈਂ ਤੁਹਾਡੇ ਲੈਣੇ ਜੀ। ਮੈਂ ਥੋੜ੍ਹੀ ਜਿਹੀ ਗੱਲ ਕਲੀਅਰ ਕਰ ਦੇਵਾਂ ਕਿਉਂਕਿ ਆਪਾਂ ਵਿਸ਼ੇ ਤੋਂ ਬਾਹਰ ਜਾ ਰਹੇ ਹਾਂ। ਸੋ ਹਰ ਜਿਹੜੇ ਵਿਅਕਤੀ ਦੀ ਸੋਚ ਆਪਣੀ ਵਿਚਾਰ ਆਪਣੇ ਜਿੱਦਾਂ ਸਾਡੇ ਚਾਲ ਸਾਹਿਬ ਦੱਸ ਚੁੱਕੇ ਵੀ ਉਹਨਾਂ ਵਿਚਾਰਾਂ ਨਾਲ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ ਦਰਸ਼ਕਾਂ ਦਾ ਤੇ ਕਾਂਚੀ ਟੀਵੀ ਦੀ ਮੈਨੇਜਮੈਂਟ ਦਾ। ਸੋ ਮੈਂ ਆਪਣੀ ਸਮਝ ਅਨੁਸਾਰ, ਹੋ ਸਕਦਾ ਮੈਂ ਰੋਂਗ ਹੋਵਾਂ, ਮੈਂ ਵੀ ਉਹ ਸਹੀ ਨਾ ਹੋਵਾਂ ਉੱਥੇ। ਉਹ ਗੱਲ ਭਾਈ ਸਾਹਿਬ ਇਸ ਤਰ੍ਹਾਂ ਆ ਵੀ ਇੱਕ ਮੈਂ ਆਪਣੇ ਬੁੱਧੀ ਦੇ ਮੁਤਾਬਕ ਤੁਹਾਨੂੰ ਇੱਕ ਉਦਾਹਰਨ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਦੇਖੋ, ਇੱਕ ਇੱਦਾਂ ਹੁੰਦੀ ਆ ਜਿਹੜੇ ਪੱਥਰ ਤਾਰਨ ਦੀ ਗੱਲ ਹੈ। ਕਈ ਵਾਰੀ ਇੱਕ ਇਨਸਾਨ, ਚਾਲ ਸਾਹਿਬ ਧਿਆਨ ਨਾਲ ਸੁਣਿਓ ਤੁਸੀਂ ਵੀ ਗੱਲ, ਕਈ ਵਾਰੀ ਇੱਕ ਇਨਸਾਨ ਬਹੁਤ ਹਾਰਡ ਹੁੰਦਾ, ਰਿਜ਼ਟ ਹੁੰਦਾ, ਉਹ ਕਿਸੇ ਦੀ ਗੱਲ ਨਹੀਂ ਮੰਨਦਾ। ਜਦੋਂ ਉਹ ਗੱਲ ਮੰਨ ਲੈਂਦਾ ਤੇ ਫੇਰ ਕਹਿੰਦਾ ਲੈ ਵੀ ਪੱਥਰ ਤਰ ਗਿਆ। ਇੱਕ ਪੱਥਰ ਤਾਰਨ ਦੀ ਵਜ੍ਹਾ ਮਤਲਬ ਜਿਹੜੇ ਪੱਥਰ ਦਿਲਾਂ ਨੂੰ ਤਾਰਿਆ, ਪੱਥਰ ਦਿਲਾਂ ਨੂੰ ਤਾਰਨ ਦੀ ਮੀਜ਼ ਜਿਹੜੇ ਲੋਕ ਸਾਡਾ ਵਿਰੋਧ, ਸਾਡੇ ਗੁਰੂ ਦਾ ਵਿਰੋਧ ਕਰਦੇ ਸੀ, ਰਾਜੇ ਮਹਾਰਾਜੇ ਜਿਹੜੇ ਲੋਕ ਉੱਥੇ ਦੇ ਸੀਗੇ, ਬ੍ਰਾਹਮਣ ਨੂੰ ਮੰਨਣ ਵਾਲੇ, ਉਹ ਲੋਕ ਸਾਡੀ ਗੱਲ ਮੰਨਦੇ ਨਹੀਂ ਸੀ। ਗੁਰੂ ਰਵਿਦਾਸ ਦੇ ਕੋਲ ਅਧਿਆਤਮਕ ਸ਼ਕਤੀ ਸੀ, ਬਿਲਕੁਲ ਤੁਹਾਡੀ ਗੱਲ ਸਹੀ ਆ। ਉਹਨਾਂ ਨੇ ਭਗਤੀ ਵੀ ਕੀਤੀ ਤੇ ਭਗਤੀ ਦੇ ਨਾਲ ਸ਼ਕਤੀ ਪ੍ਰਾਪਤ ਕੀਤੀ। ਨਾਲ ਦੀ ਨਾਲ ਉਹਨਾਂ ਨੇ ਸਿਸਟਮ ਦੇ ਖਿਲਾਫ ਬਗਾਵਤ ਵੀ ਕੀਤੀ ਆ। ਜਿਹੜੀਆਂ ਸਮਾਜ ਦੇ ਵਿੱਚ ਕਮੀਆਂ ਕਮਜ਼ੋਰੀਆਂ ਸੀਗੀਆਂ, ਜਿਹੜੀਆਂ ਤਰੁੱਟੀਆਂ ਸੀਗੀਆਂ, ਜਿਹੜੇ ਬੈਰ ਵਿਰੋਧ ਸੀ, ਉਹਨਾਂ ਨੂੰ ਖਤਮ ਕੀਤਾ ਔਰ ਸਾਨੂੰ ਕਿਰਤ ਕਰਨ ਦੀ ਗੱਲ ਕੀਤੀ ਆ। ਨਾਮ ਜਪੋ ਤੇ ਕਿਰਤ ਜਿਹੜੀ ਕਰਨ ਦੀ ਗੱਲ ਕੀਤੀ ਆ, ਇੱਕ ਰੁਜ਼ਗਾਰ ਦੀ ਗੱਲ ਕੀਤੀ। ਜੇਕਰ ਗੁਰੂ ਰਵਿਦਾਸ ਦੇ ਕੋਲ ਇੰਨੀ ਜਾਂ ਪਾਵਰ ਹੁੰਦੀ ਤੇ ਉਸ ਸਮੇਂ ਸਾਡੇ ਸਮਾਜ ਨੂੰ ਬਦਲ ਦਿੰਦੇ, ਸਾਡਾ ਰਾਜ ਭਾਗ ਆ ਜਾਂਦਾ, ਅਸੀਂ ਮਤਲਬ ਰਾਜੇ ਮਹਾਰਾਜੇ ਅਸੀਂ ਬਣ ਜਾਂਦੇ। ਅਸੀਂ ਆ ਜਿਹੜਾ 600 ਸਾਲ ਤੋਂ ਸੰਘਰਸ਼ ਕਰਦੇ ਆ ਰਹੇ ਉਹਦੀ ਲੋੜ ਨਾ ਪੈਂਦੀ। ਸੋ ਇਸ ਕਰਕੇ ਇਹ ਬਿਲਕੁਲ ਸਮਝਾਉਣ ਦੇ ਲਈ ਗੱਲ ਬਿਲਕੁਲ ਠੀਕ ਆ, ਕਿਉਂਕਿ ਜੇ ਪੱਥਰ ਅੱਜ ਨਹੀਂ ਧਰਦੇ, ਇੱਕ ਆਪਾਂ ਬੱਟੀ, ਚਾਲ ਸਾਹਿਬ, ਇੱਕ ਬੱਟੀ ਚੱਕ ਕੇ ਪਾਣੀ ਸਿੱਟਦੇ ਆ, ਉਹ ਵੀ ਡੁੱਬ ਜਾਂਦੀ। ਤੇ ਅੱਜ ਤੋਂ 600 ਸਾਲ ਪਹਿਲਾਂ ਵੀ ਜੇ ਆਪਾਂ ਸਾਇੰਟੀਫਿਕ ਗੱਲ ਕਰੀਏ, ਤਰਕ ਦਲੀਲ ਤੇ ਗੱਲ ਕਰੀਏ, ਅੱਜ ਦੇ ਜ਼ਮਾਨੇ 'ਚ ਗੱਲ ਕਰੀਏ, ਉਦੋਂ ਵੀ ਨਹੀਂ ਸੀ। ਸਿਰਫ ਇੱਕ ਪੱਥਰ ਦਿਲਾਂ ਨੂੰ ਤਾਰਿਆ। ਸੇਮ ਉਦਾਹਰਨ ਸਾਡੀ ਮਤਲਬ ਇਹਦੇ ਨਾਲ ਜੋੜੀ ਗਈ ਆ। ਸੋ ਇਸ ਕਰਕੇ ਇਸ ਗੱਲ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਨਾ ਕਿ ਉਹਦੇ ਤੇ ਉਹਦਾ ਪ੍ਰਚਾਰ ਪ੍ਰਸਾਰ ਬਿਨਾਂ। ਇੱਕ ਬੇਨਤੀ ਕਰਦਾ, ਜਿਹੜੀ ਬਹੁਤ ਸਾਰੀਆਂ ਉਦਾਹਰਨਾਂ ਜਿਹੜੀਆਂ ਵਿੱਚ ਬੜੋਟੀ ਬਣਾ ਕੇ ਵਿੱਚ ਪਾਈਆਂ ਗਈਆਂ। ਬਸ ਤੁਸੀਂ ਪੁਆਇੰਟ ਤੇ ਆ ਗਏ ਜੀ, ਬਹੁਤ ਮਿਹਰਬਾਨੀ। ਬਸ ਠੀਕ ਹੈ ਜੀ, ਆਪਾਂ ਇੱਥੇ ਗੱਲ ਨਿਬੇੜ ਲਈ ਹੈ ਜੀ। ਨਹੀਂ, ਮੇਰਾ ਮਤਲਬ ਕਹਿਣ ਦਾ, ਮੈਂ ਤਾਂ ਇਹ ਕਹੂੰਗਾ ਸਤਿਗੁਰੂ ਮਹਾਰਾਜ ਇਹ ਰੱਬ ਦਾ ਰੂਪ ਸੀਗੇ, ਉਹ ਤਾਂ ਕਰਕੇ ਉਹਨਾਂ ਦੇ ਮਗਰ ਲੱਗੇ ਆ ਸਾਰੇ, ਤਾਂ ਨਾ ਕਿ ਉਹਦੀ ਆਪਣੀ ਭਗਤੀ ਕੀਤੀ, ਉਹਦੀ ਭਗਤੀ ਨਹੀਂ ਕੋਈ ਕੀਤੀ ਕਦੇ। ਚਲੋ ਭਗਤੀ ਕਰ ਰਿਹਾ। ਦੇਖੋ ਮੇਰੀ ਭਾਈ ਸਾਹਿਬ, ਜੇ ਆਪਾਂ ਜਿੰਨੀ ਵੱਡੀ ਗੱਲ ਕਰ ਲਈਏ, ਤੁਹਾਨੂੰ ਲੇਖਰਾਜ ਹੋਣੀ ਵੀ ਬਹੁਤ ਵਧੀਆ ਤਰੀਕੇ ਨਾਲ ਸਮਝਾਈ ਗੱਲ। ਜੇ ਆਪਾਂ ਮੰਨ ਜਾਈਏ ਤਾਂ ਗੱਲ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਫੋਨ ਕੱਟੀਏ। ਤੁਸੀਂ ਜੇ ਤਾਂ ਸੈਟਿਸਫਾਈਡ ਆ, ਚੱਲੀਏ ਅੱਗੇ।
ਨਹੀਂ, ਮੇਰੀ ਇੱਕ ਬੇਨਤੀ ਆ, ਜਿਹੜੀ ਤੁਸੀਂ ਕਹਿੰਦੇ ਉਹਨਾਂ ਕੋਲ ਕੋਈ ਸ਼ਕਤੀ ਨਹੀਂ ਸੀਗੀ, ਉਹਨਾਂ ਕੋਲ ਰੱਬ ਦੇ ਰੂਪ ਨੂੰ ਕੋਈ ਸ਼ਕਤੀ, ਮੈਂ ਇਹ ਵੀ ਨਹੀਂ ਕਿਹਾ ਉਹਨਾਂ ਕੋਲ ਰੱਬ ਦਾ ਰੂਪ, ਰੱਬ ਦੇ ਰੂਪ ਨਹੀਂ ਸੀਗੇ, ਉਹ ਰੱਬ ਦਾ ਰੂਪ ਸੀਗੇ। ਮੈਂ ਇਹ ਵੀ ਨਹੀਂ ਕਿਹਾ ਰੱਬ ਦੇ ਰੂਪ ਨਹੀਂ ਸੀ, ਮੈਂ ਇਹ ਵੀ ਨਹੀਂ ਕਿਹਾ ਵੀ ਉਹਨਾਂ ਕੋਲ ਸ਼ਕਤੀ ਨਹੀਂ ਸੀ। ਦੇਖੋ ਭਾਈ ਸਾਹਿਬ, ਆਪਾਂ ਜਿੰਨੀ ਮਰਜ਼ੀ ਗੱਲ ਕਰਤਾਈ, ਆਪਾਂ ਗੱਲ ਪੱਥਰਾਂ ਵੱਲ ਨੂੰ ਨਾ ਜਾਈਏ, ਕਿਉਂਕਿ ਗੁਰੂ ਨਾਨਕ ਦੀ ਸੋਚ ਤੇ ਗੁਰੂ ਰਵਿਦਾਸ ਦੀ ਸੋਚ ਜੇ ਬਣਾਉਣੀ, ਫਿਰ ਪੱਥਰ ਨਹੀਂ ਆਉਣੇ, ਫਿਰ ਗਿਆਨ ਆਉਣਾ, ਗੁਰੂ ਦਾ ਗਿਆਨ ਆਉਣਾ। ਮੈਂ ਸੀ ਨਾ ਐਗਰੀ। ਅੱਛਾ ਚਲੋ, ਤੁਸੀਂ ਨਹੀਂ ਮੰਨਦੇ, ਮੈਂ ਤੁਹਾਨੂੰ 2 ਐਗਜ਼ਾਮਪਲਾਂ ਦੇਣੀਆਂ ਸਤਵਚਨ, ਉਹਦੇ ਚੋਂ ਤੁਸੀਂ ਦੇਖ ਲਓ, ਜਿਹੜੇ ਸ਼ਾਇਦ ਸੂਰਜ ਪ੍ਰਕਾਸ਼ ਤੇ ਸ਼ਾਇਦ 10 ਗ੍ਰੰਥ, ਇਹਨਾਂ ਦੋਨਾਂ 'ਚ ਮੈਂ ਸ਼ੋਰ ਨਹੀਂ, ਲੇਕਿਨ ਹੈ ਆ। ਮੈਂ 2 ਐਗਜ਼ਾਮਪਲਾਂ ਦੇਣੀਆਂ, ਜੇ ਤੁਸੀਂ ਉਹਨੂੰ ਵੀ ਮੰਨਦੇ ਆ ਤਾਂ ਫਿਰ ਆਪਾਂ ਗੱਲ ਹੋਰ ਪਾਸੇ ਲੈ ਜਾਂਦੇ। ਗੁਰੂ ਨਾਨਕ ਸਾਹਿਬ ਦੇ ਨਾਲ ਇਹ ਗੱਲ ਤੋਰੀ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਕਿਸੇ ਪਿੰਡ ਗਏ ਤਾਂ ਉੱਥੇ ਜਿਹੜਾ ਸ਼ਬਦ ਹੀ ਪੜ੍ਹਦੇ ਹੀ ਲੋਕ ਆਪਣਾ ਖਾਣਾ ਜਿਹੜਾ ਆ ਸ਼ਬਦ ਦੇ ਨਾਲ ਪੜ੍ਹ ਕੇ ਉਹ ਬਣਾਉਂਦੇ ਸੀ, ਅੱਗ ਹੈ ਨਹੀਂ ਸੀ ਉਹਨਾਂ ਕੋਲ। ਤਾਂ ਉਹਨਾਂ ਨੇ ਪਤਾ ਲੱਗਿਆ ਵੀ ਗੁਰੂ ਨਾਨਕ ਤੇ ਨਾਲ ਮਰਦਾਨਾ ਜੀ ਆਏ ਨੇ, ਉਹਨਾਂ ਲਈ ਉਹਨਾਂ ਨੇ ਭੇਡ ਇੱਕ ਬਣਾਈ ਸ਼ਬਦ ਪੜ੍ਹ ਕੇ। ਗੁਰੂ ਨਾਨਕ ਨੇ ਕਿਹਾ, ਇੱਦਾਂ ਹੀ ਲਿਖਿਆ ਆ, ਗੁਰੂ ਨਾਨਕ ਨੇ ਕਿਹਾ ਵੀ ਇਹਦੀਆਂ ਹੱਡੀਆਂ ਤੇ ਚਮੜੀ ਕਿੱਥੇ ਆ? ਉਹ ਕਹਿੰਦੇ ਜੀ ਆਓ ਪਈ ਆ। ਉਹ ਕਹਿੰਦੇ ਲਿਆਓ। ਗੁਰੂ ਨਾਨਕ ਸਾਹਿਬ ਨੇ ਸ਼ਕਤੀ ਨਾਲ ਉਹ ਭੇਡ ਜਿਹੜੀ ਆ ਉਹ ਜੀਦੀ ਕਰ ਦਿੱਤੀ ਤੇ ਮੀਟ ਖਾ ਲਿਆ ਜਿਹਨੇ ਖਾਣਾ ਸੀ। ਦੂਜੀ ਨਾਲ ਇਹ ਐਗਜ਼ਾਮਪਲ ਹੋਰ ਦਿੱਤੀ ਆ ਵੀ ਗੁਰੂ ਨਾਨਕ ਹੋਰ ਪਿੰਡ ਗਏ, ਮੁਸਲਮਾਨਾਂ ਦਾ ਪਿੰਡ ਸੀਗਾ, ਤੇ ਉੱਥੇ ਜਦੋਂ ਉਹਨਾਂ ਨੂੰ ਬੁਰਾ ਭਲਾ ਕਿਹਾ, ਗੁਰੂ ਨਾਨਕ ਜੀ ਮਸਜਿਦ ਤੇ ਚੜ੍ਹ ਕੇ ਤੇ ਮਸਜਿਦ ਚਾਰੇ ਪਿੰਡ 'ਚ ਕਮਾਈ। ਫਿਰ ਗੁਰੂ ਨਾਨਕ ਜੀ ਦਾ ਜਿਹੜਾ ਬਲੀ ਗੰਧਾਰੀ ਦੀ ਤੁਸੀਂ ਗੱਲ ਸੁਣਦੇ ਆ ਵੀ ਜਿਹੜਾ ਪੱਥਰ ਸੀ ਉਹ ਪਹਿਲਾਂ ਪਹਾੜ ਦੇ ਐਂ ਚੜ੍ਹਿਆ, ਫਿਰ ਐਂ ਚੜ੍ਹਿਆ, ਫਿਰ ਐਂ ਚੜ੍ਹਿਆ, ਫਿਰ ਐਂ ਚੜ੍ਹਿਆ, ਤੇ ਉਹ ਜਿਹੜਾ ਪੱਥਰ ਸੀਗਾ ਮਤਲਬ ਫੁੱਟਬਾਲ ਵੀ ਨਹੀਂ ਇੱਦਾਂ ਚੜ੍ਹ ਸਕਦਾ ਜਿੱਦਾਂ ਉਹ ਪੱਥਰ ਚੜ੍ਹਿਆ, ਤੇ ਉਹਨੂੰ ਰੋਕਿਆ। ਇਹ ਤਿੰਨਾਂ ਕਹਾਣੀਆਂ ਨਾਲ ਤੁਸੀਂ ਸਹਿਮਤ ਹੋ? ਨਹੀਂ, ਮੈਂ ਕਿਸੇ ਫਿਰ ਆ ਜਾਓ ਪੱਥਰ ਤੇ ਵੀ ਆ ਜਾਓ। ਹੁਣ ਗੱਲ ਬੰਦ ਕਰੀਏ ਆਪਾਂ, ਮੈਂ ਇਸ ਚੀਜ਼ ਦਾ ਹੁਣ ਸਾਨੂੰ ਪ੍ਰੋਗਰਾਮ ਕਰ ਲੈਂਦੇ ਭਾਜੀ। ਮੇਰੀ ਗੱਲ ਸੁਣੋ, ਜਿਹੜਾ ਮੈਨੂੰ ਕੋਈ ਵੀ ਕਾਲ ਕਰਦਾ ਮੈਂ ਉਹਦੀ ਰਿਸਪੈਕਟ ਕਰਦਾ ਵੀ ਉਹਦੀ, ਕਿਉਂਕਿ ਉਹਨੂੰ ਸੁਣ ਰਹੇ ਨੇ। ਮੈਂ ਕਦੀ ਇੱਦਾਂ ਨਹੀਂ ਕਹਿਣਾ ਵੀ ਉਹਨੂੰ ਡਿਸ ਇਨਕਰੇਜ ਹੋਵਾਂ। ਮੈਂ ਕਹਿੰਦਾ ਕਿ ਹੁਣ ਆਪਣੀ ਗੱਲ ਮੁੱਕ ਗਈ ਆ, ਮੈਨੂੰ ਲੱਗਦਾ। ਮੈਂ ਸਭ ਤੋਂ ਪਹਿਲਾਂ ਇਹ ਐਂਡ ਦੇ ਉੱਤੇ ਮੈਂ ਤੁਹਾਨੂੰ, ਤੁਸੀਂ ਵਧਾਈ ਦੇ ਪਾਤਰ ਹੋ। ਜਦੋਂ ਵੀ ਤੁਸੀਂ ਟੈਲੀਫੋਨ ਕਿਸੇ ਨਾਲ ਕਰਦੇ ਆ, ਤੁਸੀਂ ਉਹਦਾ ਟੈਲੀਫੋਨ ਕੱਟਦੇ ਨਹੀਂ ਹੈਗੇ। ਦੈਟਸ ਵੈਰੀ ਗੁੱਡ। ਤੇ ਇਦਾਂ ਹੀ ਕੰਟੀਨਿਊਸ ਰੱਖੋ। ਥੈਂਕ ਯੂ ਜੀ। ਮੇਰੀ ਗੱਲ ਦਾ ਮਤਲਬ ਕੋਈ ਗੁੱਸਾ ਨਾ ਕਰਿਓ। ਨਹੀਂ, ਵਿਚਾਰਾਂ 'ਚ ਗੁੱਸਾ ਥੋੜੀ ਹੁੰਦਾ। ਮੈਂ ਸ਼ੇਅਰ ਕੀਤਾ ਇਹ ਨਾ ਗੁੱਸਾ ਕਰਕੇ, ਕਿਉਂਕਿ ਮੇਰੇ ਕੋਲ ਨੌਲੇਜ ਹੈ ਨਹੀਂ। ਰੋਸ ਨਾ ਕੀਜੇ, ਉੱਤਰ ਦੀਜੇ। ਅਸੀਂ ਰੋਸ ਨਹੀਂ ਕਰਦੇ ਤੁਹਾਡੇ। ਮੇਰੇ ਕੋਲ ਜਿੰਨੀ ਮੇਰੀ ਸੋਚ ਆ ਮੇਰੀ। ਥੈਂਕ ਯੂ ਜੀ, ਥੈਂਕ ਯੂ ਬਹੁਤ ਮਿਹਰਬਾਨੀ। ਪਿਆਰ ਦਰਸ਼ਕੋ, ਮੈਨੂੰ ਬਹੁਤ ਸਾਰੇ ਦੋਸਤ ਫੋਨ ਕਰਦੇ ਆ ਕਿ ਅਸੀਂ ਕਾਂਚੀ ਟੀਵੀ ਤੋਂ ਤੁਹਾਡਾ ਨੰਬਰ ਲੈਣਾ ਚਾਹੁੰਦੇ। ਉਹ ਕਹਿੰਦੇ ਕਿ ਉਹ ਮਾਈਂਡ ਕਰਦੇ। ਮੈਂ ਕੋਈ ਮਾਈਂਡ ਨਹੀਂ ਕਰਦਾ। ਮੈਂ ਕਾਂਚੀ ਟੀਵੀ ਨੂੰ ਬੇਨਤੀ ਕਰਦਾ ਜਿਸ ਨੂੰ ਵੀ ਮੇਰਾ ਨੰਬਰ ਚਾਹੀਦਾ ਉਹ ਦੇਵੇ, ਕਿਉਂਕਿ ਮੇਰੇ ਪਿਛਲੇ 17 ਸਾਲਾਂ ਤੋਂ ਮੈਂ ਇੱਥੇ ਨਿਊਜ਼ਪੇਪਰ ਕੱਢਦਾ, ਔਰ 17 ਸਾਲਾਂ 'ਚੋਂ ਹੀ 42,000 ਪੇਪਰ ਦੇ ਉੱਤੇ ਮੇਰਾ ਨੰਬਰ ਛਪਦਾ ਰਿਹਾ। ਫੇਸਬੁੱਕ ਸਾਰਿਆਂ 'ਤੇ ਨੰਬਰ ਹੈਗਾ। ਜੇ ਕਿਸੇ ਨੇ ਵੀ ਕਾਲ ਕਰਨੀ ਹੋਵੇ ਤਾਂ ਮੈਂ ਮੋਮਿਨ ਜੀ ਨੂੰ ਕਹਾਂਗਾ ਮੇਰਾ ਨੰਬਰ ਦੇ ਦਿਓ, ਗੱਲ ਕਰਾਂਗੇ। ਕਾਲ ਹੋਲਡ ਕਰਨੀ ਪੈਣੀ ਹੈ। ਮੇਰੇ ਬਹੁਤ ਸਾਰੇ ਦੋਸਤ ਸਲਾਹ ਦਿੰਦੇ ਹੁੰਦੇ ਵੀ ਹੋਲਡ ਨਾ ਕਰਾਇਆ ਕਰੋ। ਕਾਰਨ ਇਹ ਵੀ ਜਿਹੜੇ ਮਹਿਮਾਨ ਆਏ ਉਹਨਾਂ ਦੀ ਗੱਲ ਰਹਿ ਜਾਂਦੀ। ਜੈ ਗੁਰਦੇਵ, ਜੈ ਭੀਮ ਜੀ। ਹੈਲੋ ਜੀ। ਹੈਲੋ ਜੀ। ਹੈਲੋ, ਵਾਹਿ ਖਾਲਸਾ ਵਾਹਿ ਫਤਿਹ ਜੀ। ਜੈ ਗੁਰਦੇਵ, ਸਤਿ ਸ੍ਰੀ ਅਕਾਲ ਜੀ। ਸਰ ਜੀ 2 ਮਿੰਟ ਦਿਓਗੇ, ਕਿਉਂਕਿ ਸਾਡੇ ਮਹਿਮਾਨ ਜਿਹੜੀ ਤਿਆਰੀ ਕਰਕੇ ਉਹ ਰਹਿ ਗਏ। ਤੁਹਾਡੇ ਨਾਲ ਗੱਲ ਕਰਦੇ ਆ, 2 ਮਿੰਟ ਦਿਓ ਜੀ। ਜੀ ਚੱਕੋ ਸਾਹਿਬ। ਹਾਂਜੀ, ਹੋਲਡ ਕਰਨਾ ਜੀ। ਜੀ ਚਾਲ ਸਾਹਿਬ, ਵੈਸੇ ਤਾਂ ਬਹੁਤ ਸਾਰੀਆਂ ਜਿਹੜੀਆਂ ਭਾਈ ਸਾਹਿਬ ਨੇ ਗੱਲਾਂ ਕੀਤੀਆਂ ਉਹ ਸੈਟੀਸਫਾਈਡ ਹੋ ਗਏ, ਕਿਉਂਕਿ ਮੈਂ ਉਹਨਾਂ ਦੇ ਨਾਲ ਇੱਕ ਗੱਲ ਇਹ ਜੋੜਨੀ ਚਾਹੁੰਦਾ ਸੀਗਾ ਵੀ ਜੇਕਰ ਅਸੀਂ ਦੂਸਰੇ ਹਿੰਦੂ ਧਰਮਾਂ ਦੇ ਜਿਹੜੇ ਵਹਿਮ ਭਰਮ ਆ, ਜਿਹੜੀਆਂ ਮਤਲਬ ਆਪਾਂ ਕਹਿੰਦੇ ਆ ਵੀ 12 ਹੱਥ ਨਹੀਂ ਹੋ ਸਕਦੇ ਜਾਂ 6 ਬਾਹਾਂ ਨਹੀਂ ਹੋ ਸਕਦੀਆਂ ਜਾਂ ਇਸ ਤਰ੍ਹਾਂ ਨਹੀਂ ਕੀਤਾ, ਇਸੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਮਨ ਘੜਤ ਕਹਾਣੀਆਂ ਇਤਿਹਾਸਕ ਆ ਜਿਨ੍ਹਾਂ ਦਾ ਕੋਈ ਇਤਿਹਾਸ ਹੈ ਨਹੀਂ, ਸਾਨੂੰ ਵੀ ਉਹ ਛੱਡਣੀਆਂ ਪੈਣੀਆਂ ਤੇ ਅੱਜ ਦੇ ਜਿਹੜੇ ਇਸ ਸਮੇਂ ਦੇ ਅਨੁਸਾਰ ਚੱਲਣਾ ਪੈਣਾ। ਇਹ ਮੈਂ ਨਾਲ ਜੋੜਨੀ ਚਾਹੁੰਦਾ। ਬਿਲਕੁਲ ਪਿਆਰ ਦਰਸ਼ਕੋ, ਸਾਡਾ ਮਕਸਦ ਹੀ ਇਹੀ ਆ ਵੀ ਜਿਹੜੇ ਸਾਡੇ ਨਾਲ, ਕਿਉਂਕਿ ਹੁਣ ਤੁਸੀਂ ਆ ਦੀਪ ਸਿੱਧੂ ਦੀ ਅਸੀਂ ਗੱਲ ਕਰਨੀ, ਜੇ ਅੱਜ ਨਾ ਹੋਈ ਅਗਲੀ ਵਾਰ ਕਰ ਲਾਂਗੇ। ਇਹ ਕੱਲ੍ਹ ਦੀ ਗੱਲ ਆ, ਪਰਸੋਂ ਦੀ ਗੱਲ ਆ, ਚੌਥ ਦੀ ਗੱਲ। ਉਹ ਆਉਂਦੇ ਕਿੰਨੀ ਬਦਲ ਗਈ ਆ। 600 ਸਾਲ ਪਹਿਲਾਂ, 650 ਸਾਲ ਪਹਿਲਾਂ ਆਉਂਦੇ ਸਾਡੇ ਤੱਕ ਕਿੰਨੀ ਬਦਲ ਗਈ ਹੋਵੇਗੀ। ਭਾਈ ਸਾਹਿਬ ਵੀ ਕਰ ਰਹੇ ਨੇ ਜੀ। ਜੈ ਗੁਰਦੇਵ ਜੀ। ਹਾਂਜੀ ਜੀ, ਜੈ ਗੁਰਦੇਵ ਜੀ। ਜੈ ਗੁਰਦੇਵ ਜੀ, ਜੈ ਭੀਮ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਭਾਈ ਸਾਹਿਬ ਦਾ ਨਾਂ ਕੀ ਇਹਨਾਂ ਦਾ ਜਿਹੜੇ ਸਾਹਮਣੇ ਟੈਲੀ ਤੇ ਮੈਂ ਦੇਖ ਰਿਹਾ ਜੀ? ਮੇਰਾ ਨਾਮ ਰਾਮ ਚਾਹਲ ਆ ਜੀ। ਹਾਂਜੀ, ਰਾਮ ਚਾਹਲ। ਰਾਮ ਕਾਲੇ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਗੁਰਮੇਲ ਸਿੰਘ ਬੋਲਦਾ ਲੈਸਟਰ ਤੋਂ। ਜੀ ਗੁਰਮੇਲ ਸਿੰਘ ਜੀ। ਹਾਂਜੀ, ਤੁਹਾਨੂੰ ਪਤਾ ਹੋਊਗਾ ਆਪਾਂ ਸਵਿਟਜ਼ਰਲੈਂਡ ਗਏ ਸੀਗੇ।
ਉਹ ਹਾਂਜੀ ਪਛਾਣ ਲਿਆ ਸਰ ਜੀ। ਠੀਕ ਹੋ? ਆਪਣੀ ਗੱਡੀ ਦਾ ਟਾਇਰ ਦਾ। ਅੱਛਾ ਚਲੋ, ਸਵਿਟਜ਼ਰਲੈਂਡ ਦੀ ਤੁਸੀਂ ਗੱਲ ਕੀਤੀ ਹੈ ਪਿਆਰੇ ਦਰਸ਼ਕੋ, ਅਸੀਂ ਸਵਿਟਜ਼ਰਲੈਂਡ ਦੇ ਟੂਰ ਦੁਬਾਰਾ ਸ਼ੁਰੂ ਕਰ ਦਿੱਤੇ। ਐਡ ਆਉਂਦੀ ਹੁੰਦੀ ਹੈ ਪੰਜਾਬ। ਗੁਰਮੇਲ ਜੀ, ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਗੁਰੂ ਮਹਾਰਾਜ ਅਬਦੁੱਲਾ ਦੇ ਗੁਰਪੁਰਬ ਦੀ ਲੱਖ ਵਧਾਈ। ਥੈਂਕ ਯੂ ਜੀ। ਹੈ ਜੀ। ਔਰ 546ਵੇਂ ਅਵਤਾਰ ਦੇ ਦੀ ਸਾਰੀ ਸਾਧ ਸੰਗਤ ਨੂੰ ਲੱਖ ਸਿੱਖ ਜਗਤ ਨੂੰ ਵਧਾਈ ਬਹੁਤ ਬਹੁਤ ਜੀ। ਹੈ ਜੀ। ਔਰ ਫਿਰ ਮੈਂ ਨਾ ਕਰਿਓ, ਮੈਂ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਭਾਈ ਸਾਹਿਬ ਪਹਿਲਾਂ ਆਏ ਸੀ, ਪੂਰੇ 15 ਮਿੰਟ ਮੈਂ ਫੋਨ ਹੋਲਡ ਰੱਖਿਆ ਜੀ। ਔਰ ਜਿਹੜੀਆਂ ਗੱਲਾਂ ਕਰਦੇ ਸੀਗੇ ਇਹਨਾਂ ਗੱਲਾਂ ਦਾ ਕੋਈ ਨਿਚੋੜ ਨਹੀਂ ਸੀ। ਚਲੋ ਉਹਨਾਂ ਦੇ ਵਿਚਾਰ ਹੈ, ਕੋਈ ਠੀਕ ਆ ਜੀ। ਔਰ ਬਾਕੀ ਚਲੋ ਆਪਾਂ ਤੁਸੀਂ ਸਿਆਣੇ ਆਪਣਾ ਪਰ ਇਹ ਗੱਲ ਆ, ਕਹਿੰਦੇ ਹੁੰਦੇ ਆ ਕਿ ਐਸੀ ਲਾਲ ਤੋਈ ਬਿਨ ਕੌਣ ਕਰੇ ਰਾਮ ਗਸਈਆਂ। ਹੈ ਜੀ। ਮੇਰਾ ਮਾਥੇ ਸ਼ਬਦ ਹੋ ਰਹੇ ਤੋ ਮਤਲਬ ਇਹ ਹੈ ਕਹਿਣ ਦਾ ਵੀ ਉਸ ਗੁਰੂ ਤੋਂ ਬਗੈਰ ਕੋਈ ਵੀ ਵੱਡਾ ਨਹੀਂ ਹੈਗਾ ਜੀ। ਜਿੱਦਾਂ ਨੇ ਪੱਥਰਾਂ ਦੀ ਗੱਲ ਕੀਤੀ ਸੀਗੀ, ਉਹ ਭਾਈ ਸਾਹਿਬ ਨੇ ਬਹੁਤ ਗੱਲਾਂ ਕੀਤੀਆਂ। ਗੁਰੂ ਨਾਨਕ ਦੇਵ ਉਸੇ ਸਟੋਰੀ ਦੇ ਤੋਂ ਚੱਲਿਆ ਰਿਹਾ ਸਿੰਘ ਸਾਹਿਬ ਜੋ ਬੋਲਦਾ ਸੀਗਾ। ਪਰ ਮੇਰਾ ਮਤਲਬ ਇਹ ਕਹਿਣ ਦਾ, ਪਰ ਤੁਸੀਂ ਆਪਣਾ ਗੁਰੂ ਰਵਿਦਾਸ ਜੀ ਮਹਾਰਾਜ ਆਪਾਂ ਅਵਤਾਰ ਸਮਝਾ ਰਹੇ ਭਾਜੀ ਜੀ, ਰਾਈਟ। ਉਸ ਪੁਆਇੰਟ ਤੇ ਆਓ, 2-4 ਮਿੰਟ ਦੀ ਕਾਲ ਲਿਆ ਕਰੋ। 15 ਮਿੰਟ ਪੂਰੇ ਮੈਂ ਫੋਨ ਹੋਲਡ ਰੱਖਿਆ। ਇਸ ਵੇਲੇ 15 ਮਿੰਟ ਬਾਅਦ ਮੇਰੀ ਵਾਰੀ ਆਈ ਆ, ਰਾਈਟ। ਪਰ ਮੈਂ ਵੀ ਇੱਕ ਪ੍ਰੈਜ਼ੈਂਟਰ ਹਾਂ, ਮੈਨੂੰ ਪਤਾ। ਮੈਂ ਤੁਹਾਡਾ ਸਾਰਾ ਪ੍ਰੋਗਰਾਮ ਸੁਣ ਰਿਹਾ, ਪਰ ਮੈਂ ਰੇਡੀਓ ਦਾ ਪ੍ਰੈਜ਼ੈਂਟਰ ਹਾਂ, ਪਰ ਟੈਲੀ ਦਾ ਪ੍ਰੈਜ਼ੈਂਟਰ ਨਹੀਂ ਹੈਗਾ। ਲੱਲੇ ਦੀ ਬਿਮਾਰੀ ਮੇਰੇ ਬਹੁਤ ਆਪਣੇ ਸਾਡੇ ਲਈ ਮਾਣ ਦੀ ਗੱਲ ਹੈ ਕਿ ਪ੍ਰੈਜ਼ੈਂਟਰ ਦੂਜੇ ਪ੍ਰੈਜ਼ੈਂਟਰ ਨੂੰ ਸੁਣ ਰਿਹਾ, ਇਹ ਵੱਡੀ ਗੱਲ। ਬਿਲਕੁਲ। ਅੱਛਾ, ਬਾਕੀ ਦੂਜੀ ਇਹ ਗੱਲ ਆ ਭਈ ਦੇਖੋ ਭਈ ਆਪਾਂ ਸਾਰਿਆਂ ਨੇ ਹੀ ਬੜੇ ਪਿਆਰ ਤੇ ਸਤਿਕਾਰ ਨਾਲ ਗੱਲ ਕਰਨੀ ਆ। ਜਿਸ ਤਰ੍ਹਾਂ ਭਾਈ ਸਾਹਿਬ ਗੱਲਾਂ ਕਰ ਰਿਹਾ ਸੀ, ਮੈਂ ਇੱਦਾਂ ਕਰਨਾ, ਮੈਂ ਕਰਨਾ 4 ਸਾਲ ਕਰਨਾ, ਮੈਂ ਬਸਈਆ ਕਰ ਰਿਹਾ ਸੀ। ਮੈਨੂੰ ਬਹੁਤ ਗੁੱਸਾ ਸੀ ਉਸ ਨਾਲ, ਮਾਫ ਕਰਨਾ, ਮੈਂ ਤੁਹਾਡਾ ਮਾਫੀ ਚਾਹੁੰਦਾ। ਔਰ ਲੋਕ ਉਹ ਤੁਹਾਡੀ ਗੱਲ ਸੁਣਦੇ ਸੀ, ਉਹ ਆਪਣੀ ਗੱਲ ਸੁਣਾਈ ਜਾਂਦੇ ਸੀਗੇ। ਕਿਉਂਕਿ ਜਦੋਂ ਤੁਹਾਨੂੰ 5-7 ਮਿੰਟ ਹੋ ਜਾਣ, ਮੈਂ ਦੂਜੇ ਟੀਵੀ ਦੇਖਦਾ, ਉਹ ਉਸ ਨਾਲ ਅਗਲੇ ਕੱਟ ਆਫ ਕਰ ਦਿੰਦੇ ਆ। ਨਹੀਂ, ਉਹ ਵੀ ਚਲੋ ਮੈਂ ਕਈ ਵਾਰੀ ਸਮਝਦਾ ਹੁੰਦਾ ਵੀ ਉਹਨਾਂ ਦੀ ਗੱਲ ਸ਼ਾਇਦ ਵੱਡੀ ਹੋਵੇ ਸਾਡੇ ਨਾਲੋਂ, ਸੁਣ ਲੈਣੀ ਚਾਹੀਦੀ ਹੈ। ਨਹੀਂ, ਦੇਖੋ ਜੇ ਆਪਾਂ ਇੱਕ ਬੰਦੇ ਦੀ ਗੱਲ ਸੁਣਦੇ ਰਹੀਏ, ਤੁਹਾਡਾ ਇੱਕ ਰਿਹਾ ਪ੍ਰੋਗਰਾਮ ਹੁੰਦਾ। ਤੁਸੀਂ ਵੀ ਆਪਣੇ ਵਿਚਾਰ ਦੇਣੇ ਹੁੰਦੇ ਆ, ਹੋਰ ਸੰਗਤਾਂ ਵੀ ਲਾਈਨ 'ਚ ਲੱਗੀਆਂ ਹੁੰਦੀਆਂ ਜੀ। ਠੀਕ ਨਹੀਂ? ਠੀਕ ਹੈ। ਤੇ ਮੈਂ ਮਾਫੀ ਚਾਹੁੰਦਾ ਵੀ ਜੇ ਮੈਂ ਕੋਈ ਗਲਤ ਹੋ ਸਕਿਆ ਤੁਹਾਡਾ ਮੈਂ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਮੈਂ ਲਿਸਟ ਤੋਂ ਬੋਲਦਾ। ਹਾਂਜੀ, ਲਿਸਟ ਸਾਡੀ ਗੁਰੂ ਰਵਿਦਾਸ ਟੈਂਪਲ ਹਰੀਸਨ ਰੋਡ ਤੋਂ ਸਾਡੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਗੁਰੂ ਰਵਿਦਾਸ ਜੀ ਮਹਾਰਾਜ ਦੇ ਤੁਹਾਨੂੰ ਵੀ ਜੀ ਬਹੁਤ ਮਿਹਰਬਾਨੀ ਪ੍ਰੈਜ਼ੈਂਟਰ ਸਾਹਿਬ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ। ਇਹ ਗੁਰਮੇਲ ਜੀ ਨੇ ਲੈਸਟਰ ਤੋਂ ਸਾਡੇ ਨਾਲ ਸਵਿਟਜ਼ਰਲੈਂਡ ਗਏ ਸੀ, ਪਹਾੜੀਆਂ 'ਚ ਫਸ ਗਏ ਸੀ ਅਸੀਂ, ਔਰ ਵਾਧੂ ਟਾਈਮ, ਹਾਲਾਂਕਿ ਜਿੰਨਾ ਟਾਈਮ ਨਹੀਂ ਸੀ ਕੱਟਣਾ ਉਦੋਂ ਵਾਧੂ ਟਾਈਮ ਅਸੀਂ ਕੱਟਿਆ ਔਰ ਬੜਾ ਅੱਛਾ ਟਾਈਮ ਦੇਖਿਆ। ਔਰ ਉਹਨਾਂ ਨੂੰ ਯਾਦ ਹੈ ਵੀ ਅਸੀਂ ਸ਼ਕਲ ਯਾਦ ਆ ਲੇਕਿਨ ਨਾ ਭੁੱਲ ਗਏ ਜੀ। ਜੱਖੂ ਜੀ ਕੀ ਕਰੀਏ, ਕਾਲ ਲਈਏ ਕਿ ਗੱਲ ਕਰੀਏ? ਇੱਕ ਗੱਲ ਕਰ ਲਈਏ ਫਿਰ ਆਪਾਂ ਕਾਲ ਨੇ, 1 ਮਿੰਟ 'ਚ ਆਪਾਂ ਵੇਲੇ ਨਹੀਂ। ਹਾਂਜੀ। ਸੋ ਮੈਨੂੰ ਭਾਈ ਸਾਹਿਬ ਦੀ ਗੱਲ ਤੋਂ ਇੱਕ ਗੱਲ ਯਾਦ ਆ ਗਈ। ਸੋ ਕਾਫੀ ਸਮਾਂ ਪਹਿਲਾਂ ਚਾਲ ਸਾਹਿਬ ਸਾਡੇ ਇਟਲੀ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਸੀਗਾ, ਮੇਬੀ ਬਰੇਸ਼ੀਆ ਜੀ, ਅਤੇ ਉੱਥੇ ਇੱਕ ਢਾਡੀ ਜੱਥਾ ਪੰਜਾਬ ਤੋਂ ਜਿਹੜਾ ਆਲਰੇਡੀ ਇਟਲੀ ਦੇ ਟੂਰ 'ਤੇ ਆਇਆ ਸੀ, ਅਤੇ ਇਹਨਾਂ ਦਿਨਾਂ 'ਚ ਗੁਰੂ ਰਵਿਦਾਸ ਦਾ ਜਿਹੜਾ ਪ੍ਰਗਟ ਦਿਵਸ ਜਾਂ ਆਪਾਂ ਗੁਰਪੁਰਬ ਮਨਾ ਰਹੇ ਸੀਗੇ, ਅਤੇ ਸਾਡੇ ਵੀ ਗੁਰੂ ਘਰ ਦੀ ਕਮੇਟੀ ਨੇ ਉਹਨਾਂ ਨੂੰ ਸਮਾਂ ਦਿੱਤਾ ਅਤੇ ਪ੍ਰੋਗਰਾਮ ਕਰਵਾਇਆ। ਸੋ ਉਸ ਪ੍ਰੋਗਰਾਮ 'ਚ ਅਸੀਂ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਸੰਸਥਾ ਦੇ ਮਾਧਿਅਮ ਤੋਂ ਗਏ ਸੀਗੇ ਕੁਝ ਜਿਹੜੇ ਸਾਡੇ ਮੈਂਬਰ। ਸੋ ਉੱਥੇ ਉਹਨਾਂ ਨੇ ਬੜੀ, ਮੈਨੂੰ ਹੈਰਾਨੀ ਹੁੰਦੀ ਆ, ਪਰ ਕਈ ਵਾਰੀ ਸਿਸਟਮ ਹੀ ਇੱਦਾਂ ਦਾ ਬਣਿਆ ਜਾਂ ਇਤਿਹਾਸ ਉਹਨਾਂ ਨੇ ਪੜ੍ਹਿਆ ਹੁੰਦਾ। ਸੋ ਉਹਨਾਂ ਨੇ ਵੀ ਜੋ ਪੰਡਤਾਂ ਦੁਆਰਾ ਜੋ ਇਤਿਹਾਸਕ ਕਹਾਣੀਆਂ ਆ, ਗੰਗਾ ਨੇ ਮਤਲਬ ਕੰਗਣ ਦਿੱਤਾ ਅਤੇ ਜੰਜੂ ਕੱਢੇ, ਪੱਥਰ ਤਾਰੇ, ਗੁਰੂ ਰਵਿਦਾਸ ਨੇ ਜਿਹੜੀ ਬਚਪਨ ਦੇ ਵਿੱਚ ਦੁੱਧ ਨਹੀਂ ਪੀਤਾ, ਇੱਕ ਰਾਮਾਨੰਦ ਦੇ ਸੀਗੇ, ਜੋ ਵੀ ਸਟੋਰੀ ਸੀ। ਮੇਰਾ ਕਹਿਣ ਦਾ ਮਤਲਬ ਵੀ ਕਈ ਵਾਰੀ ਲੋਕਾਂ ਨੂੰ ਅਧੂਰੀ ਜਾਣਕਾਰੀ ਹੁੰਦੀ ਆ, ਗਿਆਨ ਨਹੀਂ ਹੁੰਦਾ। ਉਹੋ ਹੀ ਜੋ ਇਤਿਹਾਸ ਅਸੀਂ ਇਤਿਹਾਸ ਸੁਣਦੇ ਆ ਰਹੇ ਸੀ, ਉਹੀ ਉਹਨਾਂ ਨੇ ਸਟੇਜ 'ਤੇ ਰਿਪੀਟ ਕੀਤਾ। ਉਸ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਅਸੀਂ ਜਦੋਂ ਉਹਨਾਂ ਨਾਲ ਵਿਚਾਰ ਕੀਤੀ ਅਤੇ ਉਹ ਸਾਡੀ ਗੱਲ ਨਾਲ ਕਨਵਿੰਸ ਹੋਏ, ਮੰਨੇ ਵੀ ਕਹਿੰਦੇ ਅਸੀਂ ਇਹ ਮਹਿਸੂਸ ਕਰਦੇ ਤੁਹਾਡਾ ਸਮਾਜ ਸੁਣਦਾ ਹੀ ਇੱਦਾਂ ਦੀਆਂ ਕਹਾਣੀਆਂ ਆ। ਬਿਲਕੁਲ। ਅਤੇ ਮੈਂ ਫਿਰ ਅਸੀਂ ਮੈਂ ਉਸ ਪ੍ਰੋਗਰਾਮ 'ਚ ਮੈਂ ਵੀ ਸ਼ਾਮਲ ਸੀ। ਅਸੀਂ ਕਿਹਾ ਵੀ ਅੱਜ ਜਿਹੜਾ ਸਾਡਾ ਸਮਾਜ ਆ ਇਸ ਤਰ੍ਹਾਂ ਦੀਆਂ ਕਹਾਣੀਆਂ ਨਹੀਂ ਸੁਣਦਾ, ਤੁਹਾਡੇ ਮੂੰਹੋਂ ਜਿਹੜੀ ਕਹਾਣੀ
ਕਹਾਣੀ ਉਹ ਸ਼ੋਭਾ ਨਹੀਂ ਦਿੰਦੀ ਜਾਂ ਚੰਗੀ ਨਹੀਂ ਲੱਗਦੀ, ਕਿਉਂਕਿ ਤੁਸੀਂ ਇੱਕ ਅੰਮ੍ਰਿਤਧਾਰੀ ਸਿੱਖ ਆ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਔਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜਿਹੜੀ ਆ ਉਹ ਸਾਰੀ ਕ੍ਰਾਂਤੀਕਾਰੀ ਆ, ਰਾਜ ਭਾਗ ਦੀ ਗੱਲ ਕਰਦੀ, ਵਹਿਮਾਂ ਭਰਮਾਂ ਤੋਂ ਦੂਰ ਕਰਦੀ, ਮਿਥਿਹਾਸਕ ਕਹਾਣੀਆਂ ਨੂੰ ਮੰਨਦੀ ਨਹੀਂਗੀ। ਇਸ ਤੋਂ ਜਿਹੜੀ ਪਵਿੱਤਰ ਹੋਰ ਕੋਈ ਵੀ ਚੀਜ਼ ਨਹੀਂ। ਜਿੰਨੇ ਵੀ ਹਿੰਦੂ ਧਰਮ ਦੇ ਗ੍ਰੰਥ ਆ ਉਹ ਸਾਰਿਆਂ ਦੇ ਵਿੱਚ ਸ਼ੂਦਰਾਂ ਨੂੰ ਅਤ ਸ਼ੂਦਰਾਂ ਨੂੰ ਦਿਲਤਾ ਨੂੰ ਮਾੜਾ ਤੇ ਨੀਵਾਂ ਦਿਖਾ, ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਆ ਜਿਹੜਾ ਸਾਨੂੰ ਵਧੀਆ ਸੇਧ ਦਿੰਦਾ। ਫਿਰ ਉਹ ਮੰਨ ਕੇ ਕਹਿੰਦੇ ਅੱਗੇ ਤੋਂ ਐਸਾ ਨਹੀਂ ਹੋਊਗਾ, ਅਸੀਂ ਜਿਹੜੀ ਸਹੀ ਜਿਹੜੀ ਜਾਣਕਾਰੀ ਲੈ ਕੇ ਆਵਾਂਗੇ। ਧੰਨਵਾਦ ਜੀ। ਪਿਆਰੇ ਦਰਸ਼ਕੋ, ਜੋ ਪ੍ਰਚਾਰਕ ਹੈ ਨਾ ਜੀ, ਉਹ ਜੇ ਕੋਈ ਪ੍ਰਚਾਰਕ ਸੁਣਦਾ ਹੋਵੇ, ਮੈਂ ਇੱਕ ਗੱਲ ਦੱਸ ਦੇਵਾਂ ਕਿ ਉਹ ਸਮਾਂ ਨਹੀਂ ਰਿਹਾ। ਬਿਲਕੁਲ ਜੀ। ਮੇਰਾ ਇੱਕ ਦੋਸਤ ਸੀ ਦਾ ਮਤਲਬ ਜੀਂਦਾ, ਪਰ ਹੁਣ ਉਹ ਦੋਸਤ ਨਹੀਂ ਮੇਰਾ। ਅਸੀਂ ਦੋਸਤ ਸੀ, ਆ ਰਹੇ ਸੀ ਤਾਂ ਮੈਂ ਉਹਨੂੰ ਕਿਹਾ ਕਿ ਮਧੂ ਮੱਖੀ ਜਿਹੜੀ ਨਾ ਜੀ, ਸ਼ਹਿਦ ਦੀ ਮੱਖੀ ਜੀ, ਬਿਲਕੁਲ, ਜਦੋਂ ਉਹਨੂੰ ਲੱਗਦਾ ਕਿ ਮੈਨ ਆਦਮੀ ਜਾਂ ਔਰਤ ਉਹਦੇ ਲਾ ਰਹੀ ਆ ਵੀ ਉਹਨੂੰ ਮਾਰ ਸਕਦੀ ਆ, ਖਤਮ ਕਰ ਸਕਦੀ, ਤਾਂ ਉਹਦੇ ਡੰਗ ਮਾਰਦੀ ਆ ਜਾਂ ਮਾਰਦਾ ਆ ਜੀ। ਜਦੋਂ ਉਹ ਆਪਣੇ ਬਚਾਅ ਲਈ ਉਹਦੇ ਡੰਗ ਮਾਰਦਾ ਤਾਂ ਕੁਝ ਸਮੇਂ ਬਾਅਦ ਉਹ ਜਿਹੜੀ ਮਧੂ ਮੱਖੀ ਆ ਉਹਦੀ ਡੈਥ ਹੋ ਜਾਂਦੀ ਹੈ। ਕਾਰਨ ਇਹ ਆ ਵੀ ਉਹਦੀ ਜਿਹੜੀ ਵੈਕਸੀਨ ਸੀ, ਉਹ ਜਿਹੜਾ ਉਹਦਾ ਡੰਗ ਉਹਦੀ ਵੈਕਸੀਨ ਸੀ, ਉਹਦੇ ਤੋਂ ਉਹਦੇ ਫੇਫੜੇ, ਉਹਦੇ ਤੋਂ ਉਹਦਾ ਹਾਰਟ, ਉਹਦੇ ਤੋਂ ਉਹਦੀ ਬਾਕੀ ਬਾਡੀ ਚੱਲਣੀ ਹੁੰਦੀ। ਕੁਝ ਕੁ ਸਮੇਂ 'ਚ ਹੀ ਉਹ ਸਾਰੇ ਮਿਲਦੀ ਨਹੀਂ ਤਾਂ ਉਹ ਖਤਮ ਹੋ ਜਾਂਦੀ ਆ। ਉਹ ਮੇਰਾ ਦੋਸਤ ਸੀ ਜਿਹੜਾ, ਉਹਨਾਂ ਮੇਰੀ ਗੱਲ ਦਾ ਹੁੰਗਾਰਾ ਨਹੀਂ ਭਰਿਆ, ਦਬਦੋ ਨੈੱਟ 'ਤੇ ਪਾਇਆ, ਨੈੱਟ 'ਤੇ ਪਾਈ, ਚੈੱਕ ਕੀਤੀ, ਕਹਿੰਦਾ ਹਾਂ ਸਹੀ ਹੈ। ਪ੍ਰਚਾਰਕੋ ਯਾਦ ਰੱਖਿਓ ਇਹ ਗੱਲ, ਐਵੇਂ ਨਹੀਂ ਗਈ ਹੋਈ। ਸਮਾਂ ਆ ਗਿਆ ਆ, ਤੁਸੀਂ ਗੱਲ ਕਹੋਗੇ ਨੈੱਟ ਬਾਬਾ ਬੋਲੂਗਾ, ਤੁਹਾਨੂੰ ਉਸੇ ਵੇਲੇ ਲੋਕਾਂ ਨੇ ਪੁੱਛ ਲੈਣਾ ਆਹ ਕਿਉਂ ਕਿਹਾ ਬਈ। ਬਿਲਕੁਲ ਜੀ। ਜੈ ਗੁਰਦੇਵ ਜੀ, ਆਪੀ ਮੈਂ ਕਾਲ ਜੀ, ਦੇਖੋ ਕਾਲ। ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਮੈਂ ਜੱਸਲ ਬੋਲਦਾ ਗਲਾਸਗੋਟ ਤੋਂ। ਜੀ ਜੱਸਲ ਸਾਹਿਬ, 20 ਮਿੰਟ ਤੋਂ ਬਾਅਦ ਲੱਗਾ ਮੈਂ। ਅੱਛਾ ਜੀ, ਥੈਂਕ ਯੂ ਜੀ। ਮੈਂ ਵੀ 2-4 ਮਿੰਟ ਦੀ ਗੱਲ ਨਿਬੇੜ ਦੇਣੀ ਆ ਜੀ। ਗੱਲ ਹੈ ਕਿ ਕਹਾਣੀਆਂ ਜਿਹੜੀਆਂ ਇਹਦੇ ਬਾਰੇ ਤਾਂ ਕੁਝ ਸੋਚੋ, ਦੱਸੋ ਵੀ ਇਹ ਲਿਖੀਆਂ ਕਿਉਂ ਗਈਆਂ ਜੀ, ਕਾਰਨ ਕੀ ਸੀਗਾ ਜੀ। ਮੈਂ ਕਾਰਨ ਹੀ ਦੱਸਣ ਲੱਗਾ, ਉਹਦੇ ਵਿੱਚ ਆ ਜਾਂਦਾ ਸਭ ਕੁਝ। ਔਰ ਜਿਹੜੇ ਸਾਥੀ ਜਾਂ ਕਾਲਰ ਜਿਹਨਾਂ ਦੇ ਨਹੀਂ ਮੰਨਦੇ, ਮੇਰਾ ਮਤਲਬ ਮੈਂ ਉਹਨਾਂ ਨੂੰ ਅਨੋਏ ਨਹੀਂ ਕਰਦਾ, ਉਹਨਾਂ ਦੀ ਸ਼ਰਧਾ ਬਣ ਚੁੱਕੀ ਆ, ਵਿਸ਼ਵਾਸ ਵਾ, ਮੈਂ ਉਹਨਾਂ ਦੀ ਸ਼ਰਧਾ ਨੂੰ ਹਟ ਨਹੀਂ ਕਰਨਾ ਚਾਹੁੰਦਾ ਜੀ। ਗੱਲ ਇਹ ਆ ਕਿ ਉਸ ਸਮੇਂ ਦੇ ਵਿੱਚ ਬ੍ਰਾਹਮਣ ਔਰ ਪੰਡਿਤ ਗੁਰੂ ਰਵਿਦਾਸ ਦੇ ਮੋਹਰੇ ਟਿਕ ਨਹੀਂ ਸਕੇ ਗਿਆਨ ਚਰਚਾ ਦੇ ਵਿੱਚ। ਬਿਲਕੁਲ, ਹਰ ਜਗ੍ਹਾ ਉਹਨਾਂ ਦੀ ਬੇਇੱਜ਼ਤੀ ਹੋ ਰਹੀ ਸੀਗੀ, ਰਾਜੇ ਤੱਕ ਵੀ ਪਹੁੰਚ ਗਏ, ਗਿਆਨ ਚਰਚਾ ਹੋਈ, ਉੱਥੇ ਵੀ ਉਹ ਝੂਠੇ ਹੋ ਗਏ ਜੀ। ਦਰਅਸਲ ਭਾਈਚਾਰੇ ਵਿੱਚ ਵੀ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ ਫਿਰ ਜੀ। ਉਹਨਾਂ ਨੇ ਇੱਕ ਤਰਕੀਬ ਲੱਭੀ ਵੀ ਇਹਦਾ ਆਪਾ ਲੱਭੀਏ। ਤੁਹਾਨੂੰ ਪਤਾ ਵੀ ਉਹਦਾ ਸਦੀਆਂ ਤੋਂ ਲਿਖਾਰੀ ਸੀਗੇ, ਦਿਮਾਗ ਚੱਲਦੇ ਹੀ ਲਿਖਣ ਲਈ। ਉਹਨਾਂ ਨੂੰ ਤਰਕੀਬ ਇਹ ਲੱਭੀ ਕਿ ਇਸ ਰਵਿਦਾਸ ਨੂੰ ਅਸੀਂ ਇੱਕ ਜਾਦੂਗਰ ਬਣਾ ਕੇ ਰੱਖ ਦਈਏ। ਲੋਕਾਂ ਨੂੰ ਇਹੀ ਤਾਂ ਕੱਢਣਾ ਸੀ, ਇਹੀ ਤਾਂ ਗੱਲ ਕੱਢਣੀ। ਜਾਦੂਗਰ ਬਣਾ ਕੇ ਉਹਨਾਂ ਨੇ ਰੱਖ ਦਿੱਤਾ। ਜਿਹੜੀਆਂ ਕਹਾਣੀਆਂ ਘੜਕੇ ਰੱਖੀਆਂ, ਉਹਨਾਂ ਲੋਕਾਂ ਨੇ ਉਹ ਕਹਾਣੀਆਂ ਨੂੰ ਐਕਸੈਪਟ ਕੀਤਾ ਕਿ ਵਾਕਿਆ ਹੀ ਉਹ ਜਾਦੂਗਰ ਵਾ ਜੀ। ਹੁਣ ਮੈਂ ਵੀ ਦੱਸ ਦੇਣਾ ਚਾਹੁੰਦਾ ਕਿ ਕੁਰਾਇਗੜ੍ਹ ਜਿਹੜਾ ਗਿਆਨੀ ਆ ਜੀ, ਮੱਕੂ ਸਾਹਿਬ ਉੱਥੇ ਗਏ, ਉਹਦੀ ਇੰਟਰਵਿਊ ਲਈ ਆ ਜੀ, ਮੈਂ ਸਾਰੀ ਉਹ ਨੋਟ ਕੀਤੀ ਆ ਜੀ। ਸਿਰਫ 4 ਮਹੀਨੇ ਦੀ ਗੱਲ ਆ। ਅੱਛਾ, ਉਹ ਵੀ ਇਹੀ ਕਹਾਣੀ ਦੱਸ ਰਿਹਾ ਕਿ ਇੱਥੇ ਧੰਨਾ ਭਗਤ ਸੀਗਾ ਰਹਿੰਦਾ ਜੀ, ਤੇ ਮੀਰਾ ਬਾਈ ਵੀ ਆਉਂਦੀ ਸੀ, ਰਾਜਾ ਬੇਨ ਕਾਂਗੜੇ ਦਾ ਉਹਦਾ ਸਾਰਾ ਏਰੀਆ ਸੀਗਾ, ਧੰਨਾ ਭਗਤ ਉੱਥੇ ਰਹਿੰਦਾ ਸੀਗਾ ਜੀ। ਫਿਰ ਉਹ ਧੰਨਾ ਭਗਤ ਤੇ ਇੱਕ ਹੋਰ ਸਾਥੀ ਨੂੰ ਲੈ ਕੇ ਗੁਰੂ ਰਵਿਦਾਸ, ਸਾਡੇ ਕੋਲ ਟਾਈਮ ਥੋੜਾ ਰਹਿ ਗਿਆ, ਸ਼ਾਰਟਕਟ ਕਰ ਦਿਓ, ਸ਼ਾਰਟਕਟ ਕਰ ਦਿਓ। ਗਏ ਗੁਰੂ ਰਵਿਦਾਸ ਵੀ ਇੱਥੇ ਆਏ ਜੀ। ਉਹਨੂੰ ਉਹ ਗਿਆਨੀ ਦੱਸ ਰਿਹਾ ਵੀ ਉਹ ਉੜ ਕੇ ਹੀ ਆ ਗਏ ਸੀਗੇ, ਅੱਖਾਂ ਮੀਟੀਆਂ, ਕਹਿੰਦਾ ਵੀ ਉਹ ਜਾਦੂਗਰ ਸੀਗਾ ਜੀ। ਉਹ ਗਿਆਨੀ ਕਹਿ ਰਿਹਾ ਆ ਜੀ ਕਿ ਉੱਥੇ ਵੀ ਕਹਿੰਦੇ ਆ ਜਾਦੂਗਰ ਸੀਗਾ ਉਹ। ਸੋ ਇਹ ਕਹਾਣੀਆਂ ਜਿਹੜੀਆਂ ਆ, ਇਹ ਗੁਰੂ ਰਵਿਦਾਸ ਦਾ ਜਿਹੜਾ ਸਹੀ ਪ੍ਰਚਾਰ ਆ, ਗਿਆਨ ਵਾ, ਉਹਨੂੰ ਖਤਮ ਕਰਨ ਲਈ ਜਾਦੂਗਰ ਬਣਾਇਆ। ਬਿਲਕੁਲ। ਸੋ ਦੋਸਤੋ, ਆਪ ਨਾ ਬਣਾਓ, ਤੁਹਾਡੇ ਬੱਚਿਆਂ ਨੂੰ ਜਿਹੜੇ ਪੁੱਛਿਓ ਵੀ ਇਹ ਗੱਲਾਂ ਉਹ ਬਿਲੀਵ ਕਰਦੇ ਆ ਅੱਜ ਤੱਕ ਬੱਚੇ ਜਿਹੜੇ ਆ। ਸੋ ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਜੀ। ਬਿਲਕੁਲ ਪਿਆਰੇ ਦਰਸ਼ਕੋ, ਜੇ ਚੂਹੇ ਦੇ ਉੱਪਰ ਹਾਥੀ ਦਾ ਸਿਰ ਲਾ ਕੇ ਬਿਲੀਵ ਕਰਨਾ ਤਾਂ ਅਸੀਂ ਥੋੜ੍ਹੀ ਰੋਕ ਸਕਾਂਗੇ।
ਮਰਜ਼ੀ ਤੁਹਾਡੀ ਆ, ਸਾਇੰਸ ਦਾ ਯੁੱਗ ਆ, ਪਲ ਪਲ 'ਤੇ ਬਦਲ ਰਿਹਾ। ਇਸ ਹਫ਼ਤੇ ਸੰਸਾਰ ਹੋਰ ਸੀ, ਅਗਲੇ ਹਫ਼ਤੇ ਸੰਸਾਰ ਹੋਰ ਹੈ। ਮੈਨੂੰ ਯਾਦ ਹੈ ਕਿ ਜਦੋਂ ਮੈਂ ਇੰਗਲੈਂਡ ਆਇਆ ਸੀ, ਰਾਜ ਸੀ ਟੋਨੀ ਬਲੇਅਰ ਦਾ। ਟੋਨੀ ਬਲੇਅਰ ਨੇ ਇੱਕ ਗੱਲ ਕਹੀ ਸੀ, ਉਹ ਅੱਜ ਵੀ ਮੇਰੇ ਕੰਨਾਂ ਦੇ ਵਿੱਚ ਗੂੰਜਦੀ ਆ, ਕਿ ਆਉਣ ਵਾਲੇ ਸਮਾਂ ਜਿਹੜਾ ਆ ਉਹ ਸਰਚ ਇੰਜਨ ਗੂਗਲ ਦਾ ਆ। ਤਾਂ ਸੱਚ ਹੈ, ਆਉਣ ਵਾਲਾ ਸਮਾਂ ਜਿਹੜਾ ਉਹ ਸਰਚ ਇੰਜਨ ਗੂਗਲ ਦਾ ਆ। ਇਹ ਜ਼ਮਾਨਾ ਹੁਣ ਉਹਨਾਂ ਦਾ ਨਹੀਂ ਰਿਹਾ ਜਿਹੜਾ ਸਾਨੂੰ ਬੇਵਕੂਫ ਬਣਾਉਂਦੇ ਆ, ਜ਼ਮਾਨਾ ਹੁਣ ਮੋਬਾਈਲ ਦਾ। ਜੈ ਗੁਰਦੇਵ, ਜੈ ਭੀਮ ਜੀ। ਕਾਲ ਹੈ ਹੈਲੋ ਜੀ, ਜੈ ਗੁਰਦੇਵ ਚਾਹਨ। ਜੈ ਗੁਰਦੇਵ ਜੀ। ਹਾਂਜੀ, ਮੈਂ ਕਰਮੀਤਾ ਸੰਡ ਬੋਲਦੀ ਹਾਂ। ਜੀ ਜੀ ਜੀ। ਹਾਂਜੀ, ਮੈਂ ਪ੍ਰੋਗਰਾਮ ਤੁਹਾਡਾ ਕਿੰਨੇ ਚਿਰ ਦਾ ਸੁਣਦੀ ਹਾਂ ਜੀ। ਤੇ ਜਿਹੜੇ ਆਏ ਆ ਬਹੁਤ ਸੋਹਣੀਆਂ ਤਾਂ ਗੱਲਾਂ ਸੋਹਣੀਆਂ ਵੀ ਕਰਕੇ ਗਏ ਤਾਂ ਚੰਗੀ ਵਿੱਚੋਂ ਚਲੋ ਕੋਈ ਨਾ, ਉਹਨਾਂ ਤੁਸੀਂ ਆਪਣੀ ਗੱਲ ਕਰੋ। ਮੈਂ ਤਾਂ ਤੁਹਾਨੂੰ ਇਦਾਂ ਕਹਿੰਦੀ ਆ ਚਾਲ, ਆਪਾਂ ਦੇਖੋ ਹਨਾ, ਆਪਾਂ ਇਦਾਂ ਦੀਆਂ ਗੱਲਾਂ ਦੇ ਵਿੱਚ ਹਨਾ, ਜਦੋਂ ਧੰਨ ਗੁਰੂ ਨਾਨਕ ਦੇਵ ਜੀ ਦਾ ਤਾਂ ਧੰਨ ਗੁਰੂ ਰਵਿਦਾਸ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਆ। ਮੇਰੀ ਗੱਲ ਸੁਣਿਓ, ਮੈਂ ਬਹੁਤਾ ਪੜ੍ਹੀ ਲਿਖੀ ਹੁੰਦੀ, ਮੈਂ ਤੁਹਾਡੇ ਨਾਲ ਉਹਦੇ ਸੁਧਾਰ ਦੀ ਗੱਲ ਕਰਨੀ ਆ ਜੀ। ਜਦੋਂ ਗ੍ਰੰਥ ਸਾਹਿਬ ਵਿੱਚ ਲਿਖਿਆ ਵੀ ਇਹਨਾਂ ਦੇ ਗੋਸ਼ਟੀਆਂ ਹੋਈਆਂ, ਇਹਨਾਂ ਦੀਆਂ ਮਿਲੇ ਕਥਾ ਗੁਰੂ ਦੇ ਬਾਗ ਵਿੱਚ ਅਸੀਂ ਅੱਖੀ ਦੇਖ ਕੇ ਆਏ ਆ। ਤੁਸੀਂ ਇੱਕ ਗੱਲ ਮੰਨ ਕੇ ਚੱਲੋ ਕਿ ਜਿਹੜੀ ਗੋਸ਼ਟੀ ਆ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਲਿਖਿਆ, ਬਾਹਲੀਆਂ ਆਪਸੀ ਤਾਲਮੇਲ 'ਚ ਗੱਲਾਂ ਆ ਰਹੀਆਂ, ਗੁਰੂ ਗ੍ਰੰਥ ਸਾਹਿਬ 'ਚ ਨਹੀਂ ਲਿਖਿਆ। ਗੁਰੂ ਗ੍ਰੰਥ ਸਾਹਿਬ ਸਿਰਫ ਬਾਣੀ ਹੈ। ਮੈਂ ਤੁਹਾਨੂੰ ਪਹਿਲਾਂ ਕਦੇ ਪੜ੍ਹੀ ਹੋਣੀ ਇਹ ਆ, ਪਰ ਅਸੀਂ ਉਹ ਜਿੱਥੇ ਉਹਨਾਂ ਦੀ ਗੋਸ਼ਟੀਆਂ ਆਈਆਂ ਉਹ ਤਾਂ ਅਸੀਂ ਜਗ੍ਹਾ ਦੇਖ ਕੇ ਆਏ ਆ। ਜਿਹੜੇ ਨਾਗਰਮਲ ਦਾ ਕਿਲ੍ਹਾ ਸੀ ਉਹ ਵੀ ਦੇਖ ਕੇ ਆਏ। ਸੰਤ ਘਾਟ ਕਹਿੰਦੇ ਜੀ ਉਹਨੂੰ। ਹਾਂਜੀ, ਉਹ ਵੀ ਅਸੀਂ ਦੇਖ ਕੇ ਆਏ ਆ। ਪਰ ਇਦਾਂ ਆ, ਪਰ ਗੁਰੂ ਰਵਿਦਾਸ ਮਹਾਰਾਜ ਦੀ ਤਾਕਤ ਹਸਤੀ ਬਹੁਤ ਸੀਗੀ, ਪਰ ਜਾਦੂਗਰ ਨਹੀਂ ਸੀਗਾ ਉਹ ਜੀ। ਇਹ ਜਿਹੜੀਆਂ ਨਾ ਗੱਲਾਂ ਅਣਘੜ ਤੱਕ ਕਹਾਣੀਆਂ, ਇੱਕ ਦਿਨ ਅੱਗੇ ਵੀ ਮੈਂ ਸੁਣਿਆ ਸੀ ਵੀ ਜਾਦੂਗਰ ਨਹੀਂ ਸੀ ਬੇਟਾ। ਮੈਂ ਜਾਣਦੀ ਹਾਂ ਚਾਲ, ਮੈਂ ਤੂੰ ਮੈਨੂੰ ਵੀ ਜਾਣਦਾ ਆ, ਪਰ ਜਾਦੂਗਰ ਨਹੀਂ ਸੀ ਉਹ। ਸਾਡੇ ਲਈ ਕੌਮ ਲਈ ਇੱਕ ਮਸੀਹਾ ਬਣ ਗਿਆ। ਪਹਿਲਾਂ ਫਿਰ ਦਰੁਸਤ ਕਰੋ, ਅਸੀਂ ਜਾਦੂਗਰ ਨਹੀਂ ਕਿਹਾ ਹੈ ਨਾ। ਅਸੀਂ ਦੋ ਵਿਅਕਤੀ ਬੈਠੇ ਹਾਂ ਕਾਲ, ਤੁਸੀਂ ਦੁਬਾਰਾ ਫੋਨ ਜਿਹੜੀ ਆ ਜਿਹੜਾ ਪ੍ਰੋਗਰਾਮ ਆ ਦੁਬਾਰਾ ਨੈਟ ਤੇ ਚੜ ਜਾਣਾ। ਇੱਕ ਮਿੰਟ ਸੁਣੋ ਪਹਿਲਾਂ ਗੱਲ ਸੁਣੋ, ਦਰੁਸਤ ਕਰਕੇ ਚੱਲੋ। ਅਸੀਂ ਜਾਦੂਗਰ ਨਹੀਂ ਕਿਹਾ, ਅਸੀਂ ਕਿਹਾ ਵੀ ਗੁਰੂ ਰਵਿਦਾਸ ਨੂੰ ਜਾਦੂਕਾਰ ਨਾ ਬਣਾਓ, ਉਹ ਕ੍ਰਾਂਤੀਕਾਰੀ ਸੀ। ਨਹੀਂ ਤੇ ਉਹ ਬਹੁਤ ਕੁਝ ਸਾਡੇ ਲਈ ਕਰ ਗਿਆ। ਇੱਥੇ ਹੀ ਆ ਗੱਲ ਮੁੱਕਦੀ, ਮੈਂ ਤੇ ਇੱਥੇ ਨਿਬੇੜਨੀ ਆ। ਬਹੁਤ ਕੁਝ ਕਰ ਗਿਆ ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਰਵਿਦਾਸ ਮਹਾਰਾਜ ਜੀ, ਬਹੁਤ ਕੁਝ ਸਾਡੇ ਲਈ ਕਰਕੇ। ਪਰ ਜੋ ਸਾਡੇ ਬਾਬਿਆਂ ਪੜਦਾਦਿਆਂ ਦੇ ਹਾਲ ਸਕੇ, ਉਦੋਂ ਅਸੀਂ ਬਹੁਤ, ਸਾਨੂੰ ਇਸ ਗੁਰੂ ਨੇ ਬਹੁਤ ਖਿੱਚ ਕੇ ਲਿਆਂਦਾ ਸੀ। ਪਰ ਸਾਰੇ ਧਰਮ ਆਪਣੇ ਜਿਹਨੂੰ ਵੀ ਆਪਾਂ ਮੰਨੀਏ ਹੈ ਨਾ, ਉਹਦੀ ਆਪਾਂ ਇੱਜ਼ਤ ਰਿਸਪੈਕਟ ਕਰੀਏ ਬੇਟਾ, ਇੰਨੀ ਮੈਂ ਕਹਿਣੀ ਹੈ। ਚੰਗਾ, ਪਹਿਲਾਂ ਤੁਸੀਂ ਜਵਾਬ ਦਿਓ ਵੀ ਅਸੀਂ ਗੁਰੂ ਰਵਿਦਾਸ ਜੀ ਦੀ ਇੱਜ਼ਤ ਨਹੀਂ ਕਰਦੇ। ਮੈਂ ਤੁਹਾਨੂੰ ਇਹ ਨਹੀਂ ਕਹਿੰਦੀ, ਮੈਂ ਸਾਰਿਆਂ ਨੂੰ ਕਹਿੰਦੀ। ਮੈਂ ਆਪ ਵੀ ਬੈਠੀ, ਤੁਸੀਂ ਆਮ ਪਬਲਿਕ ਨੂੰ ਕਹਿੰਦੇ। ਥੈਂਕ ਯੂ, ਬਹੁਤ ਮਿਹਰਬਾਨੀ। ਮੈਂ ਆਪ ਵੀ ਬੈਠੀ ਹਾਂ, ਮੈਂ ਸਾਰਿਆਂ ਨੂੰ ਕਹਿੰਦੀ ਵੀ ਇੱਜ਼ਤ ਕਰੋ, ਇੱਜ਼ਤ ਕਰਾਓ ਸਾਰਿਆਂ ਦੇ। ਥੈਂਕ ਯੂ ਜੀ। ਇਹ ਹੁਣ ਔਰ ਜੈ ਗੁਰਦੇਵ, ਧੰਨ ਗੁਰਦੇਵ, ਪਰ ਮਾੜਾ ਨਾ ਕਹੋ ਕੋਈ। ਬਹੁਤ ਮਿਹਰਬਾਨੀ। ਪਿਆਰੇ ਦਰਸ਼ਕੋ, ਡਿਬੇਟ ਜਿਹੜੀ ਹਲਕੀ ਹੋ ਗਈ। ਗੁਰੂ ਰਵਿਦਾਸ ਨੂੰ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਛੋਟਿਆਂ ਹੁੰਦਿਆਂ ਤੋਂ ਅਸੀਂ ਇਹ ਗੁਰੂ ਰਵਿਦਾਸ ਜੀ ਨੂੰ ਸੁਣਦੇ ਆਏ ਹਾਂ, ਔਰ ਉਹ ਸਾਡੇ ਕਣ ਸਾਡੇ ਜਿਸਮ ਦੇ ਹਰ ਹਿੱਸੇ 'ਚ ਹੈ। ਉਸ ਦੀ ਰਿਸਪੈਕਟ, ਉਹਨਾਂ ਦੀ ਰਿਸਪੈਕਟ, ਮਹਾਰਾਜ ਦੀ ਰਿਸਪੈਕਟ, ਮੈਂ ਨਹੀਂ ਕਹਿੰਦਾ ਕੋਈ ਬੇਇੱਜ਼ਤੀ, ਕੋਈ ਬਦਬਿਆਦਬੀ ਕਿਸੇ ਕਰ ਸਕਦਾ। ਸਾਡੇ ਮਹਾਰਾਜ ਨੇ, ਸਾਡੇ ਪਾਤਸ਼ਾਹ ਨੇ ਆ ਕੇ ਸਾਡੇ ਸਮਾਜ ਨੂੰ ਜਾਗਰਤੀ ਦਿੱਤੀ ਆ। ਬਿਲਕੁਲ ਜੀ। ਔਰ ਉਸ ਜਾਗਰਤੀ ਦੇ ਕਾਰਨ ਅਸੀਂ ਅੱਜ ਕੁਝ ਗੱਲ ਕਹਿਣ ਜੋਗੇ ਹੋ ਗਏ ਹਾਂ। ਕੁਝ ਅਣਖ ਜਗਾਈ ਆ। ਜਿਹੜੀਆਂ ਵੀ ਗੱਲਾਂ ਗੁਰਬਾਣੀ ਦੇ ਵਿੱਚ ਮਹਾਰਾਜ ਦੀਆਂ ਲਿਖੀਆਂ ਹੋਈਆਂ ਆ, ਜੇਕਰ ਉਹਨਾਂ ਨੂੰ ਇੱਕ ਨੂੰ ਹੀ ਅਪਣਾ ਲਿਆ ਜਾਏ, ਇੱਕ ਨੂੰ, ਬਿਲਕੁਲ ਜੀ, ਸਾਡਾ ਜੀਵਨ ਜਿਹੜਾ ਆ ਉਹ ਸਫਲ ਹੋ ਜਾਂਦਾ। ਜਾਂ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਦੇ ਵਿੱਚੋਂ ਇੱਕ ਹੀ ਗੱਲ ਅਪਣਾ ਲਈ ਜਾਵੇ, ਮਾਨਸ ਕੀ ਜਾਤ ਸਭੇ ਇੱਕ ਪਛਾਣ, ਬਸ ਇੰਨਾ ਹੀ ਬਹੁਤ ਆ। ਮੈਂ ਕਹਿੰਦਾ ਸਾਰਾ ਜੀਵਨ ਸਫਲ ਹੋ ਜਾਊਗਾ। ਜੈ ਗੁਰਦੇਵ, ਜੈ ਭੀਮ ਜੀ। ਹੈਲੋ ਜੀ, ਸਾਡੇ ਕੋਲ 1.5 ਮਿੰਟ ਆ ਜੀ। ਓਕੇ ਜੀ, ਚਾਲ ਸਾਹਿਬ ਜੀ। ਹਾਂਜੀ, ਇਦਾਂ ਗੱਲ ਹੈ ਚਾਲ ਸਾਹਿਬ, ਜੇ ਆਪਾਂ ਹੈ ਨਾ ਇਹ ਪ੍ਰੋਗਰਾਮ ਦੇ ਸਟੈਂਡਰਡ ਨੂੰ ਦੇਖਿਆ ਜਾਵੇ, ਯੂ ਆਰ ਦਾ ਬੈਸਟ ਵਨ। ਤੁਹਾਡਾ ਹਰ ਪ੍ਰੋਗਰਾਮ ਬਹੁਤ ਹੀ ਵਧੀਆ, ਬਹੁਤ ਹੀ ਗਿਆਨਪੂਰਵਕ ਔਰ ਬੜੀਆਂ ਗੱਲਾਂ, ਤੁਸੀਂ ਬਹੁਤ ਸੋਹਣੀ ਗੱਲ ਕਰਦੇ ਹੋ। ਤੁਸੀਂ ਜਿਹੜੀ ਅੱਜ ਤੁਸੀਂ ਗੱਲ ਕਰਦੇ ਹੋ, ਮੇਰੀ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਵਿੱਚ ਪੂਰੀ ਆਸਥਾ, ਪੂਰਾ ਵਿਸ਼ਵਾਸ ਤੇ ਪੂਰੀ ਸ਼ਰਧਾ ਆ। ਪਰ ਸਿਰਫ ਸਾਨੂੰ ਗੁਲਾਮ ਬਣਾਉਣ ਦੇ ਲਈ ਇਹਨਾਂ ਨੇ ਇਤਿਹਾਸ
ਨਹੀਂ ਸਿਰਫ ਮਿਥਿਹਾਸ ਲਿਖ ਕੇ ਸਾਡੇ ਗਲ ਪਾਇਆ ਆ। ਜੀ ਜੀ। ਮਨਮਰਜ਼ੀ ਦਾ ਲਿਖਿਆ ਸਿਰਫ ਅੰਧ ਵਿਸ਼ਵਾਸ ਫੈਲਾਉਣ ਦੇ ਲਈ। ਸਿਰਫ ਅੱਜ ਕੀ ਹਾਲਾਤ ਆ, ਅੱਜ ਜੋ ਹੋ ਰਿਹਾ ਆ, ਗੋਦੀ ਮੀਡੀਆ ਜੋ ਸਿਰਫ ਬੀਜੇਪੀ ਤੇ ਆਰਐਸਐਸ ਦੀ ਹੀ ਗੱਲ ਕਰਦੇ ਹਨ, ਜੋ ਅੱਜ ਸਮਾਚਾਰ ਹਨ, ਇਹ ਕੱਲ ਨੂੰ ਇਹੀ ਇਤਿਹਾਸ ਬਣਨਾ, ਇਹੀ ਕੱਲ ਨੂੰ ਸਾਡੇ ਬੱਚਿਆਂ ਨੂੰ ਪਰੋਸਿਆ ਜਾਣਾ। ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦਾ। ਓਕੇ, ਬਹੁਤ ਮਿਹਰਬਾਨੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਤੁਸੀਂ 30 ਸੈਕਿੰਡ ਲਈ ਤੁਹਾਡੇ ਕੋਲ ਟਾਈਮ ਆ ਜੀ। ਚਾਰ ਸਾਹਿਬ, ਸਮਾਂ ਜਿਹੜਾ ਸਮਾਪਤੀ ਵੱਲ ਵੱਧ ਰਿਹਾ, ਸੋ ਮੈਂ ਤਾਂ ਅਖੀਰ ਦੇ ਵਿੱਚ ਆਪਣੇ ਵੱਲੋਂ ਇੱਕ ਵਾਰੀ ਫੇਰ ਗੁਰੂ ਰਵਿਦਾਸ ਦੇ ਜਿਹੜੇ ਪ੍ਰਗਟ ਦਿਵਸ ਦੀਆਂ ਸਮੁੱਚੀ ਮਾਨਵਤਾ ਨੂੰ ਲੱਖ ਲੱਖ ਵਧਾਈਆਂ ਦੇਣਾ, ਅਤੇ ਨਾਲ ਦੀ ਨਾਲ ਮੈਂ ਇੱਕ ਅਪੀਲ ਕਰਦਾ, ਜਿਹੜੀ ਆਪਾਂ ਜਿਸ ਵਿਸ਼ੇ 'ਤੇ ਅੱਜ ਆਪਾਂ ਗੱਲ ਕਰਨੀ ਸੀ, ਉਹ ਬਹੁਤ ਸਾਰੇ ਵਿਸ਼ੇ ਜਾਂ ਆਪਣੇ ਸਵਾਲ ਰਹਿ ਗਏ ਆ। ਸੋ ਪੰਜਾਬ ਦੇ ਵਿੱਚ ਜਿਹੜੀਆਂ ਚਾਲ ਸਾਹਿਬ ਚੋਣਾਂ ਹੋਣ ਜਾ ਰਹੀਆਂ, ਕੱਲ੍ਹ ਨੂੰ ਉਹਨਾਂ ਦਾ ਚੋਣ ਪ੍ਰਚਾਰ ਜਿਹੜਾ ਬੰਦ ਹੋ ਰਿਹਾ, ਅਤੇ ਸੰਡੇ ਜਿਹੜੀਆਂ ਸਵੇਰ ਨੂੰ ਆਪਣੀਆਂ ਹੈਗੀਆਂ ਵੋਟਾਂ ਆ। ਸੋ ਸਭ ਤੋਂ ਪਹਿਲਾਂ ਮੈਂ ਇਹ ਅਪੀਲ ਕਰਦਾ ਕਿ ਗੁਰੂ ਰਵਿਦਾਸ ਦੇ ਦੱਸੇ ਹੋਏ ਰਾਜ ਭਾਗ ਨੂੰ ਵਸਾਉਣ ਦੇ ਲਈ ਅਤੇ ਸਹੀ ਉਹਨਾਂ ਦਾ ਆਨੰਦ ਮਾਣਨ ਲਈ ਆਪਣੀ ਸਹੀ ਵੋਟ ਦਾ ਇਸਤੇਮਾਲ ਕਰੀਏ। ਬਹੁਤ ਮਿਹਰਬਾਨੀ ਪਿਆਰੇ ਦਰਸ਼ਕੋ। ਪੱਪੀ ਦਾ ਸੰਗੀਤਕਾਰ ਇਸ ਦੁਨੀਆ ਤੇ ਨਹੀਂ ਰਹੇ, ਅਸੀਂ ਉਸ ਦਾ ਦੁੱਖ ਵੀ ਜ਼ਾਹਰ ਕਰਨਾ ਸੀ। ਦੀਪ ਸਿੱਧੂ ਦੀ ਗੱਲ ਕਰਨੀ ਅਗਲੀ ਵਾਰ ਕਰਾਂਗੇ। ਪੂਰਾ ਸ਼ਾਇਦ ਸਾਰਾ ਦਿਨ, ਪੂਰਾ ਦਿਨ ਪ੍ਰੋਗਰਾਮ, ਪੂਰਾ ਘੰਟਾ ਪ੍ਰੋਗਰਾਮ ਕਰਾਂਗੇ। ਪਿਆਰੇ ਦਰਸ਼ਕੋ, ਸਾਡਾ ਕਦੀ ਵੀ ਮਨ ਕਿਸੇ ਨੂੰ ਦਿਲ ਦਿਖਾਉਣਾ ਨਹੀਂ ਹੁੰਦਾ। ਗੁਰੂ ਰਵਿਦਾਸ ਸਾਡੀ ਸ਼ਾਨ ਆ, ਸਾਡੀ ਆਨ ਆ। ਉਹਨਾਂ ਬਿਨਾਂ ਅਸੀਂ ਕਦੀ ਜੀਦੇ ਨਹੀਂ, ਨਾ ਅਸੀਂ ਕਦੀ ਸੋਚ ਸਕਦੇ ਹਾਂ। ਇਹ ਸਾਡੇ ਮਹਾਂਪੁਰਸ਼ ਆ। ਸੋ ਕਦੀ ਵੀ ਸਾਡੇ ਵੱਲੋਂ ਮਨ ਦਿਖਾਉਣ ਦੀ ਗੱਲ ਨਹੀਂ ਹੋਈ। ਅਸੀਂ ਉਹੀ ਪੇਸ਼ ਕਰਨਾ ਜੋ ਅਸੀਂ ਹੁਣ ਦੇਖਦੇ ਹਾਂ। ਅਸੀਂ ਉਹ ਨਹੀਂ ਸੁਣਨਾ ਵੀ ਸੰਗਤ ਦੇ ਵਿੱਚੋਂ ਕਿਸੇ ਨੂੰ ਜਲੇਬੀਆਂ ਦੀ ਤਲਬ ਲੱਗੀ ਤਾਂ ਜਦੋਂ ਕਿਤੇ ਗਏ ਮੂਹਰੇ ਜਲੇਬੀਆਂ ਮਿਲ ਗਈਆਂ, ਉਹ ਇੱਕ ਨੂੰ ਲੱਗੀ ਹੋਏਗੀ ਤੇ ਜਿਹੜਾ 1000 ਬੰਦਾ ਉਹਨੂੰ ਵੀ ਖਾਣੀਆਂ ਪਈਆਂ। ਫਿਰ ਇਹ ਗੱਲਾਂ ਅਸੀਂ ਨਹੀਂ ਸੁਣੀਆਂ। ਅਸੀਂ ਉਹ ਸੁਣਨੀਆਂ, ਸਾਚ ਕਹੂੰ ਸੁਣ ਰੇ ਸਭੋ ਜਿਨ ਪ੍ਰੇਮ ਕੀਓ ਤਿਨ ਨਹੀਂ ਪ੍ਰਭ ਪਾਇਓ। ਲੇਕਿਨ ਪ੍ਰਭ ਪਾਉਣ ਦਾ ਤਰੀਕਾ ਸਾਡਾ ਆਪਣਾ, ਸਾਡੀ ਅਲੱਗ ਗੱਲ ਆ। ਅਸੀਂ ਹੋਰ ਤਰ੍ਹਾਂ ਗੱਲ ਕਰਦੇ ਹਾਂ। ਗੁਰੂ ਰਵਿਦਾਸ ਸਾਡੇ ਸੱਚੇ ਗੁਰੂ ਨੇ, ਮਹਾਂਗੁਰੂ ਨੇ।